ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੇ ਦਰਸ਼ਕੋ, ਮੈਨੂੰ ਉਮੀਦ ਹੈ ਪਰਮਾਤਮਾ ਵਾਹਿਗੁਰੂ ਦੀ ਮਿਹਰ ਦੇ ਨਾਲ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬਿਲਕੁਲ ਠੀਕ ਠਾਕ ਹੋਵੋਗੇ। ਤਾਂ ਪਿਛਲੇ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਐਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸਿੱਖ ਬੱਚੀਆਂ ਦੇ ਲਈ ਕੀਤਾ ਗਿਆ, ਜਿਸ ਦੇ ਬਾਰੇ ਵਿੱਚ ਤੁਸੀਂ ਸਾਰੀ ਜਾਣਕਾਰੀ ਇਕਬਾਣੀ ਚੈਨਲ ਦੇ ਰਾਹੀਂ ਪ੍ਰਾਪਤ ਕੀਤੀ ਹੈ ਕਿ ਬੱਚੀਆਂ ਦੇ ਲਈ ਮੁਫਤ ਵਿਦਿਆ ਜਿਹੜੀ ਮਾਤਾ ਸਾਹਿਬ ਕੌਰ ਗਰਲਸ ਕਾਲਜ ਦੇ ਵਿੱਚ ਮੁਫਤ ਵਿਦਿਆ ਦੇ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਵਨ ਕਿ ਹੋਸਟਲ ਤੱਕ ਦਾ ਵੀ ਕੋਈ ਖਰਚਾ ਨਹੀਂ ਹੈ। ਤਾਂ ਇਸ ਨੂੰ ਲੈ ਕੇ ਜ਼ਿਆਦਾਤਰ ਜਿਹੜੀਆਂ ਸੀਟਾਂ ਨੇ ਉਹ ਜੰਮੂ ਕਸ਼ਮੀਰ ਦੀਆਂ ਲੜਕੀਆਂ ਦੇ ਲਈ ਰਾਖਵੀਆਂ ਕੀਤੀਆਂ ਗਈਆਂ ਨੇ। ਕਸ਼ਮੀਰ ਦੇ ਵਿੱਚ ਵੀ ਜਿਹੜੇ ਬੱਚਿਆਂ ਦੇ ਲਈ ਹੁਣ ਕਾਉਂਸਲਿੰਗ ਹੈ ਜਿਹੜੀ ਸ਼ੁਰੂ ਹੋ ਗਈ ਹੈ, ਕਿਉਂਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਹੈ, ਉਹਨਾਂ ਦੇ ਜਿਹੜੇ ਸਾਡੇ ਜੰਮੂ ਕਸ਼ਮੀਰ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਵੀ ਪਹੁੰਚ ਚੁੱਕੇ ਨੇ ਕਸ਼ਮੀਰ ਵਿਖੇ, ਤੇ ਉੱਥੇ ਵੀ ਕਾਉਂਸਲਿੰਗ ਜਿਹੜੀ ਸ਼ੁਰੂ ਹੋ ਗਈ ਹੈ, ਬੱਚਿਆਂ ਦੀ ਜਿਹੜੀ ਸਿਲੈਕਸ਼ਨ ਕੀਤੀ ਜਾ ਰਹੀ ਹੈ। ਤਾਂ ਇਸੇ ਉੱਤੇ ਹੋਰ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਨੇ ਸਰਦਾਰ ਭਾਈ ਹਰਪਿੰਦਰ ਸਿੰਘ ਜੀ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇਕਬਾਣੀ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਬਹੁਤ-ਬਹੁਤ ਧੰਨਵਾਦ ਆਪ ਜੀ ਦਾ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ ਹੈ। ਤੇ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਪਿਛਲੇ ਹਫਤੇ ਹੀ 5 ਸਮਾਗਮ ਜਿਹੜੇ ਕਸ਼ਮੀਰ ਦੇ ਵਿੱਚ ਰੱਖੇ ਗਏ, ਸ਼ਾਇਦ ਕਸ਼ਮੀਰ ਦੇ ਇਤਿਹਾਸ ਦੇ ਵਿੱਚ ਮਤਲਬ ਹੁਣ ਤੱਕ ਜਿੰਨੇ ਵੀ ਸਮਾਗਮ ਹੋਏ ਨੇ, ਇੱਕ ਬਹੁਤ ਵੱਡਾ ਬਹੁਤ ਸ਼ਲਾਘਾਯੋਗ ਉਪਰਾਲਾ ਜਿਹੜਾ ਕਸ਼ਮੀਰ ਦੀ ਸਿੱਖ ਸੰਗਤ ਵੱਲੋਂ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕੀਤੀ, ਔਰ ਸਰਦਾਰ ਬਲਦੇਵ ਸਿੰਘ ਜੀ ਐਮਡੀ ਪੀਕਸ ਆਟੋ, ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ, ਔਰ ਇੱਥੋਂ ਦੀਆਂ ਜਿਹੜੀਆਂ ਕਮੇਟੀਆਂ ਨੇ ਜੀਪੀਸੀ, ਜਿਹੜੇ ਹਰ ਇੱਕ ਵੱਖ-ਵੱਖ ਏਰੀਆਜ਼ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ। ਤਾਂ ਔਰ ਖਾਸ ਕਰਕੇ ਜਿੱਦਾਂ ਤੁਹਾਡਾ ਵੀ ਕਾਫੀ ਸਹਿਯੋਗ ਰਿਹਾ, ਕਿਉਂਕਿ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਸ਼ਮੀਰ ਦੇ ਵਿੱਚ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਲਗਾਈ ਗਈ ਹੈ, ਔਰ ਹੁਣ ਤੱਕ ਉਸ ਜ਼ਿੰਮੇਵਾਰੀ ਨੂੰ ਤੁਸੀਂ ਉਸ ਸੇਵਾ ਨੂੰ ਬਾਖੂਬੀ ਨਿਭਾਇਆ ਹੈ। ਔਰ ਕਸ਼ਮੀਰ ਦੇ ਵਿੱਚ ਗਰਾਊਂਡ ਰਿਐਲਿਟੀ ਦੇ ਲਈ, ਸਿੱਖ ਬੱਚੀਆਂ ਦੇ ਲਈ ਕਿਸ ਚੀਜ਼ ਦੀ ਸਾਨੂੰ ਕੀ ਜ਼ਰੂਰਤ ਹੈ, ਉਹ ਵੀ ਤੁਸੀਂ ਬਾਖੂਬੀ ਜਿਹੜਾ ਉੱਥੇ ਜਾ ਕੇ ਸਾਂਝੀ ਕੀਤੀ ਹੈ ਇਹ ਗੱਲ। ਤਾਂ ਹੁਣ ਇਹ ਜਿਹੜਾ ਸ਼ਲਾਘਾਯੋਗ ਉਪਰਾਲਾ ਵੀ ਕੀਤਾ ਗਿਆ ਔਰ ਵੱਡੇ ਵੱਡੇ ਸਮਾਗਮ ਵੀ ਉਲੀਕੇ ਗਏ, ਕਿੱਦਾਂ ਦਾ ਉਤਸ਼ਾਹ ਹੈ ਸਾਡੀ ਸਿੱਖ ਕਮਿਊਨਿਟੀ ਜਿਹੜੀ ਕਸ਼ਮੀਰ ਦੇ ਵਿੱਚ ਬੈਠੀ ਹੈ, ਕੀ ਕੁਝ ਕਹਿਣਾ ਹੈ ਉੱਥੋਂ ਦੇ ਸਿੱਖਾਂ ਦਾ? ਤੁਸੀਂ ਉਹਨਾਂ ਦੇ ਸਿੱਖਾਂ ਦੇ ਵਿੱਚ ਵਿਚਰੇ ਹੋ, ਕੀ ਕੁਝ ਜਾਣਕਾਰੀ ਤੁਹਾਡੇ ਸਾਹਮਣੇ ਨਿਕਲ ਕੇ ਆਈ ਹੈ? ਮਤਲਬ ਕਿ ਸਿੱਖ ਸਾਡਾ ਕੀ ਸੋਚਦਾ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅਸੀਂ ਜੋ ਕਸ਼ਮੀਰ ਵਾਸਤੇ ਸੋਚਦੇ ਸੀਗੇ, ਚਿੰਤਾ ਵੀ ਬੜੀ ਸੀਗੀ, ਔਰ ਚਿੰਤਾ ਕੇਵਲ ਜੰਮੂ ਜਾਂ ਮਤਲਬ ਕਸ਼ਮੀਰ ਦੇ ਸਿੱਖਾਂ ਨੂੰ ਨਹੀਂ ਸੀਗੀ, ਪੂਰੇ ਦੇਸ਼ ਭਰ ਦੇ ਸਿੱਖਾਂ ਨੂੰ ਸੀਗੀ। ਔਰ ਇਸ ਚਿੰਤਾ ਦੇ ਨਾਲ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਉਹ ਵੀ ਜੁੜ ਗਈਆਂ, ਤੇ ਇਸ ਜੋ ਚਿੰਤਾ ਸੀਗੀ ਜੰਮੂ ਕਸ਼ਮੀਰ ਦੇ ਸਿੱਖਾਂ ਦੀ, ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮਹਿਸੂਸ ਕੀਤੀ। ਔਰ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੇ ਆਪ ਫੀਮੇਲ ਨੇ, ਔਰ ਸੰਸਾਰ ਦੇ ਵਿੱਚ ਧਰਮ ਬੜੇ ਨੇ, ਲੇਕਿਨ ਸਾਨੂੰ ਮਾਣ ਹੈ ਕਿ ਸਿੱਖ ਧਰਮ ਦੇ ਵਿੱਚ ਮਰਦ ਤੇ ਔਰਤ ਦਾ ਕੋਈ ਵਖਰੇਵਾਂ ਨਹੀਂ ਗਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਵੱਡੀ ਸਿੱਖਾਂ ਦੀ ਸੰਸਥਾ ਹੈ। ਉਸ ਸੰਸਥਾ ਦੀ ਪ੍ਰਧਾਨ ਨੇ ਬੀਬੀ ਜਗੀਰ ਕੌਰ। ਉਹਨਾਂ ਦੇ ਮਨ ਵਿੱਚ ਇੱਕ ਰੀਝ ਹੈ, ਇੱਕ ਤੜਪ ਹੈ ਕਿ ਜਿਹੜੀਆਂ ਸਾਡੀਆਂ ਧੀਆਂ ਨੇ, ਜਿਹੜੀਆਂ ਸਾਡੀਆਂ ਬੱਚੀਆਂ ਪੜ੍ਹ ਨਹੀਂ ਸਕਦੀਆਂ, ਉਹਨਾਂ ਵਾਸਤੇ ਇੱਕ ਉਪਰਾਲਾ ਕੀਤਾ ਜਾਏ। ਇਹ ਬੀਬੀ ਜਗੀਰ ਕੌਰ ਨੇ ਵੱਡਾ ਉਪਰਾਲਾ ਕੀਤਾ ਕਿ ਜਿਹੜੀਆਂ ਬੱਚੀਆਂ ਨੇ ਉਹ ਮਾਤਾ ਸਾਹਿਬ ਕੌਰ ਗਰਲਸ ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬੀਬੀ ਜਗੀਰ ਕੌਰ ਨੇ ਫੈਸਲਾ ਕੀਤਾ ਕਿ ਇੱਥੇ ਹੋਸਟਲ ਦੇ ਵਿੱਚ 200 ਸੀਟ ਜਿਹੜੀ ਹੈ ਨਾ, ਉਹ ਮੁਫਤ ਵਿਦਿਆ ਵਾਸਤੇ
ਧੀਆਂ ਵਾਸਤੇ ਜਿਹੜੀ ਆ ਉਹ ਰਾਖਵੀਂ ਕੀਤੀ ਜਾਏ। ਔਰ ਜਿਹੜਾ ਉਤਸ਼ਾਹ ਵੇਖਿਆ ਗਿਆ, ਉਸ ਤੋਂ ਬਾਅਦ ਜਦੋਂ ਅਸੀਂ ਜੰਮੂ 'ਚ ਕੰਮ ਕੀਤਾ ਸੀਗਾ ਤੇ ਜੰਮੂ ਦੀ ਸੰਗਤ ਨੂੰ ਦੱਸਿਆ ਕਿ ਇਸ ਉਤਸ਼ਾਹ ਨੂੰ ਦੇਖਦੇ ਹੋਏ ਉਹ 200 ਸੀਟਾਂ ਪਲੱਸ 200 400 ਸੀਟਾਂ ਹੋਈਆਂ। ਇਹ ਮੈਂ ਸੋਚਦਾ ਕਿ ਜੰਮੂ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਨੇ, ਜਿਨ੍ਹਾਂ ਨੇ ਬੱਚਿਆਂ ਨੂੰ ਖਾਸ ਤੌਰ ਤੇ ਮਾਤਾ ਪਿਤਾ ਨੇ ਉਤਸ਼ਾਹਿਤ ਕੀਤਾ ਕਿ ਤੁਸੀਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਵਿੱਚ ਜਾ ਕੇ ਦਾਖਲਾ ਲਓ। ਉੱਥੇ ਸਾਡੀ ਕਾਉਂਸਲਿੰਗ ਬਹੁਤ ਵਧੀਆ ਹੋਈ। ਉਸ ਤੋਂ ਬਾਅਦ ਸਾਨੂੰ ਜਿਵੇਂ ਦਿਸ਼ਾ ਨਿਰਦੇਸ਼ ਮਿਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪ੍ਰਧਾਨ ਸਾਹਿਬ ਵੱਲੋਂ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੇ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤੋਂ ਜਿਹੜੀ ਟੀਮ ਸੀਗੀ, ਸੁਪਰਡੈਂਟ ਸਾਹਿਬ ਤੇ ਸਾਡੀਆਂ ਫੀਮੇਲ ਜਿਹੜੀਆਂ ਟੀਚਰ ਸਨ, ਉਹ ਅਸੀਂ ਪਹਿਲਾਂ ਆਣ ਕੇ ਗਰਾਊਂਡ ਤੇ ਕੰਮ ਕੀਤਾ। ਔਰ ਗਰਾਊਂਡ ਤੇ ਕੰਮ ਕਰਦਿਆਂ ਸਾਨੂੰ ਪਤਾ ਲੱਗਾ ਕਿ ਤਰਾਲ ਏਰੀਏ ਦੇ ਵਿੱਚ ਜਿਨ੍ਹਾਂ ਨੇ 2 ਸਾਲ ਪਹਿਲਾਂ 10th ਕਰ ਲਈ ਸੀਗੀ ਜਾਂ +2 ਕਰ ਲਈ ਸੀਗੀ, ਅਗਲੀਆਂ ਕਲਾਸਾਂ ਦੇ ਵਿੱਚ ਉਹਨਾਂ ਨੇ ਡ੍ਰੌਪ ਕੀਤਾ ਹੋਇਆ, ਦਾਖਲਾ ਨਹੀਂ ਲਿਆ। ਉਹਦੇ ਕਈ ਕਾਰਨ ਨੇ, ਮੈਂ ਇਹ ਲਾਈਵ ਨਹੀਂ ਦੱਸਣਾ ਚਾਹੁੰਦਾ, ਪਰ ਇਹ ਆ ਸੱਚਾਈ ਇਹ ਹੈ ਕਿ ਡਰ ਹੈ ਉਹਨਾਂ ਦੇ ਮਨ ਵਿੱਚ ਕਿ ਸਾਡੀਆਂ ਬੱਚੀਆਂ ਸੇਫ ਨਹੀਂ। ਤੇ ਸਾਨੂੰ ਫਿਰ ਅਸੀਂ ਪੁਲਵਾਮਾ, ਅਨੰਤਨਾਗ ਡਿਸਟ੍ਰਿਕਟ ਤੇ ਤਰਾਲ ਤੋਂ ਬਾਅਦ ਅਸੀਂ ਬਾਰਾਮੂਲਾ ਤੇ ਸ਼੍ਰੀਨਗਰ ਤੇ ਬਡਗਾਮ ਡਿਸਟ੍ਰਿਕਟ ਦਾ ਸਾਰਾ ਏਰੀਆ ਘੁੰਮ ਲਿਆ। ਉਸ ਵਿੱਚ ਅਸੀਂ ਜਿਹੜੀ ਗੱਲ ਰੱਖੀ ਸੰਗਤ ਦੇ ਵਿੱਚ ਤੇ ਸੰਗਤ ਦੇ ਨਾਲ ਵਿਚਾਰਾਂ ਹੋਈਆਂ। ਉਸ ਤੋਂ ਬਾਅਦ ਜਿਹੜਾ 13, 14, 15, 16 ਦਾ ਲਗਾਤਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਦੌਰਾ ਸੀਗਾ, ਉਹਦੇ ਵਿੱਚ ਕੀ ਹੋ ਗਿਆ, ਇੱਕ ਮੋਹਰ ਲੱਗ ਗਈ। ਜੋ ਅਸੀਂ ਕਹਿ ਰਹੇ ਸੀਗੇ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗੁਰਦੁਆਰਾ ਇਤਿਹਾਸਕ ਮਟਨ ਸਾਹਿਬ ਦੀ ਸਟੇਜ ਤੋਂ ਜਿਹੜੀ ਆਪਣੀ ਅਸੀਂ ਬਡਗਾਮ ਦੀ ਸਟੇਜ ਤੇ ਆਏ। ਬਡਗਾਮ ਦੀ ਸਟੇਜ ਤੋਂ ਬਾਅਦ ਫਿਰ ਅਸੀਂ ਬਾਰਾਮੂਲਾ ਦੀ ਸਟੇਜ ਤੇ ਗਏ, ਇਤਿਹਾਸਕ ਸਥਾਨਾਂ ਤੇ ਗਏ ਤੇ ਉਹ ਫਿਰ ਸੰਗਤ ਦੇ ਵਿੱਚ ਇੱਕ ਉਤਸ਼ਾਹ ਹੋਇਆ। ਔਰ ਅੱਜ ਜਿਹੜੀ ਆ ਨਾ ਕਾਉਂਸਲਿੰਗ ਜਿਹੜੀ ਚੱਲ ਰਹੀ ਹੈ, ਮੈਨੂੰ ਦੱਸਦੇ ਹੋਇਆ ਇੱਕ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸੋਚਿਆ ਨਹੀਂ ਸੀਗਾ ਕਿ 100+ ਬੱਚੀ ਹੋਵੇਗੀ। ਔਰ 100+ ਬੱਚੀ ਅੱਜ ਜਿਹੜੀ ਹੈ ਉਹ ਇੱਥੇ ਕਾਉਂਸਲਿੰਗ ਵਾਸਤੇ ਗੁਰਦੁਆਰਾ ਸ਼ਹੀਦ ਬੁੰਗਾ ਜਿਹੜੀ ਆ ਉਹ ਪਹੁੰਚ ਗਈ ਹੈ ਤੇ ਕਾਉਂਸਲਿੰਗ ਜਿਹੜੀ ਆ ਉਹ ਚੱਲ ਰਹੀ ਹੈ। ਇਹ ਜੋ ਪਿਛਲਾ ਜੋ ਕਾਜ ਕੀਤਾ ਸੀਗਾ ਉਹ ਆਪ ਜੀ ਦੇ ਸਾਹਮਣੇ ਰੱਖਿਆ। ਬਿਲਕੁਲ ਵੀਰ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਸਾਰੀ ਜਾਣਕਾਰੀ ਦਿੱਤੀ ਹੈ। ਔਰ ਜਿਸ ਤਰ੍ਹਾਂ ਦੇ ਨਾਲ ਸਮਾਗਮ ਉਲੀਕੇ ਗਏ, ਬੱਚਿਆਂ ਨੂੰ ਪੇਰੈਂਟਸ ਹੁਣ ਮਾਪੇ ਜਿਹੜੇ ਉਹ ਪੰਜਾਬ ਵਿੱਚ ਭੇਜਣਗੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਵਿੱਚ, ਮਤਲਬ ਪੂਰਾ ਉਹਨਾਂ ਨੂੰ ਇੱਕ ਟਰਸਟ ਹੋ ਗਿਆ ਹੈ, ਇੱਕ ਯਕੀਨ ਵੀ ਵੱਜ ਗਿਆ ਹੈ ਕਿ ਸਾਡੀਆਂ ਜਿਹੜੀਆਂ ਬੱਚੀਆਂ ਨੇ ਸੇਫ ਸਿਕਿਉਰ ਥਾਂ ਦੇ ਉੱਤੇ ਜਾ ਰਹੀਆਂ ਨੇ। ਕਿ ਮਤਲਬ ਐਸਾ ਕਿ ਕਿੱਦਾਂ ਦਾ ਰਿਸਪੌਂਸ ਪੇਰੈਂਟਸ ਦਾ ਹੈ, ਬੱਚੀਆਂ ਦੇ ਪੇਰੈਂਟਸ ਦਾ ਕੀ? ਮੈਂ ਆਪ ਜੀ ਨੂੰ ਹੈਰਾਨੀ ਵਾਲੀ ਗੱਲ ਦੱਸ ਰਿਹਾ ਹਾਂ ਕਿ ਕਾਉਂਸਲਿੰਗ ਜਿਹੜੀ ਆ ਅਸੀਂ ਮਾਰਨਿੰਗ ਰੱਖ ਲਈ ਤੇ ਇਲਾਕਾ ਜਿਹੜਾ ਨਾ ਕਸ਼ਮੀਰ ਦਾ ਬਹੁਤ ਵੱਡਾ ਹੈ ਤੇ ਜਿਹੜੇ ਸਾਡੇ ਇਸ ਕਾਉਂਸਲਿੰਗ ਦੇ ਨੁਮਾਇੰਦੇ ਜਿਹੜੇ ਆ ਉਹਨਾਂ ਦੇ ਵਿੱਚ ਸਤਿਕਾਰਯੋਗ ਬਾਬਾ ਬੂਟਾ ਸਿੰਘ ਜੀ, ਵਾਈਸ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਅਤੀ ਸਤਿਕਾਰਯੋਗ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਿਹੜੇ ਜੰਮੂ ਕਸ਼ਮੀਰ ਨਾਲ ਪਹਿਲਾਂ ਵੀ ਜੁੜੇ ਨੇ, ਸਰਦਾਰ ਸੁਖਵਰ ਸਿੰਘ ਜੀ, ਉਹ ਤੇ ਉਸ ਤੋਂ ਇਲਾਵਾ ਜਿਹੜੀ ਕਾਲਜ ਦੀ ਹੋਰ ਟੀਮ ਜਿਹੜੀ ਸੀ ਉਹ ਵੀ ਆ ਚੁੱਕੀ ਸੀ। ਅਸੀਂ ਕੱਲ ਬੈਠੇ ਸੀਗੇ ਤੇ ਫੈਸਲਾ ਲੈਣਾ ਸੀਗਾ ਕਿ ਸਵੇਰੇ ਕਾਉਂਸਲਿੰਗ ਕਿਹੜਾ ਟਾਈਮ ਜਿਹੜਾ ਨਾ ਉਹ ਨਿਸ਼ਚਿਤ ਕੀਤਾ ਜਾਵੇ ਤੇ ਉਹ ਹੋਇਆ ਜੀ 8 ਵਜੇ ਕਹਿ ਦਵੋ। ਪਰ ਹੈਰਾਨੀ ਵਾਲੀ ਇਹ ਗੱਲ ਹੈ ਕਿ ਪੇਰੈਂਟਸ 7 ਵਜੇ ਬੱਚੇ ਲੈ ਕੇ ਆ ਗਏ ਸੀਗੇ ਗੁਰਦੁਆਰਾ ਸ਼ਹੀਦ ਬੁੰਗਾ। ਤੇ ਸਾਡਾ ਇਹ ਬਾਰ-ਬਾਰ ਫੋਨ ਇਸ ਤਰ੍ਹਾਂ ਕਰ ਰਹੇ ਸੀਗੇ, ਸਾਨੂੰ ਅਪਰੋਚ ਕਰ ਰਹੇ ਸੀਗੇ ਕਿ ਕਿਤੇ ਕਾਉਂਸਲਿੰਗ ਤੋਂ ਅਸੀਂ ਲੇਟ ਨਾ ਹੋ ਜਾਈਏ। ਤੇ ਪੇਰੈਂਟਸ ਦਾ ਇੰਨਾ ਇੰਟਰਸਟ ਹੈ ਔਰ ਖਾਸ ਤੌਰ ਤੇ ਮੈਂ ਹੈਰਾਨ ਹਾਂ ਕਿ ਜਿਹੜੇ ਸਾਡੇ ਕੋਲ ਇੱਥੇ ਕਾਲਜ ਵਿੱਚ ਕੋਰਸ ਅਵੇਲੇਬਲ ਨੇ ਉਹ ਤਾਂ ਹੈ ਹੀ ਹੈ ਨੇ, ਪਰ ਇਸ ਤੋਂ ਇਲਾਵਾ ਜਿਹੜਾ ਵਾ ਜਿਹੜੇ ਹੋਰ ਕੋਰਸ ਬੱਚੇ ਜਿਹੜੇ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਸੁਜੈਸਟ ਕਰੋ ਕਿ ਅਸੀਂ ਪੰਜਾਬ 'ਚ ਬੱਚੇ ਭੇਜਣੇ ਆ, ਕਿਹੜੇ ਕਾਲਜ ਵਿੱਚ ਭੇਜੀਏ। ਜਿਹੜੇ ਹੋਰ ਕੋਰਸ ਬੱਚੇ ਜਿਹੜੇ ਆ ਨਾ ਉਹ ਕਰਨਾ ਚਾਹੁੰਦੇ ਆ ਤੇ ਇਹ ਅਸੀਂ ਸੋਚਦੇ ਹਾਂ ਪਿਛਲੇ ਲਗਾਤਾਰ ਅਸੀਂ ਗੁਰਦੁਆਰਾ ਸ਼ਹੀਦ ਬੁੰਗਾ ਰਹੇ ਹਾਂ ਔਰ ਰੋਜ਼ ਦੇ ਕੋਈ 10-15 ਪੇਰੈਂਟਸ ਆਣ ਕੇ ਉਹਨਾਂ ਦਾ ਇੰਟਰਸਟ ਇੰਨਾ ਵਧਿਆ ਹੈ
ਕਿ ਅਸੀਂ ਹੋਰ ਜਗ੍ਹਾ ਵੀ ਪੜ੍ਹਾਈ ਕਰਾਉਣੀ ਹੈ। ਉਹਦੀ ਜਗ੍ਹਾ ਤੇ ਸਾਡੇ ਕੋਲ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਹੈ, ਸਾਡੇ ਕੋਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹੈ। ਬੱਚਿਆਂ ਨੇ ਨੀਟ ਦੀ ਤਿਆਰੀ ਕਰਨੀ ਆ, ਸਾਨੂੰ ਬਾਰ-ਬਾਰ ਪੁੱਛ ਰਹੇ ਆ ਕੋਚਿੰਗ ਕਿੱਥੋਂ ਮਿਲੇਗੀ, ਕਿੰਨਾ। ਅਸੀਂ ਜਿੰਨੀ ਸਾਨੂੰ ਸਮਝ ਆਇਆ, ਇਸ ਤੋਂ ਇਲਾਵਾ ਸਾਡੇ ਕੋਲ ਪ੍ਰੋਫੈਸਰ ਕਸ਼ਮੀਰ ਸਿੰਘ ਜੀ ਆਏ ਸਨ, ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਪਟਿਆਲਾ ਯੂਨੀਵਰਸਿਟੀ ਤੋਂ। ਤੇ ਤੁਸੀਂ ਜੀ ਹੈਰਾਨ ਹੋ ਜਾਓਗੇ, ਪਤਾ ਨਹੀਂ ਕਿੰਨੇ ਲੋਕਾਂ ਨੇ ਉਹਨਾਂ ਦਾ ਫੋਨ ਨੰਬਰ ਲਿਆ ਕਿ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਕਾਜ ਹੋਏਗਾ ਸ਼੍ਰੀਨਗਰ ਜੰਮੂ, ਉਹ ਸਾਡੇ ਸਮਝ ਲਓ ਕਿ ਸਾਡੇ ਵੀਰ ਜੀ ਉੱਥੇ ਉਹਨਾਂ ਨੂੰ ਗਾਈਡ ਕਰਨਗੇ। ਸੋ ਕਾਲਜ ਜੀ ਸਾਡੇ ਕੋਲ ਬਹੁਤ ਜ਼ਿਆਦਾ ਨੇ। ਗੁਰਮਤ ਕਾਲਜ ਪਟਿਆਲੇ ਜਿਹੜਾ ਸਿੱਖਾਂ ਨੇ ਬੜੇ ਉਦਮ ਤੇ ਉਪਰਾਲੇ ਨਾਲ ਸ਼ੁਰੂ ਕੀਤਾ ਹੈ, ਉਹਦੇ ਵਿੱਚ ਜੀ ਕੰਪੈਰੀਟਿਵ ਸਟੱਡੀ ਹੁੰਦੀ ਹੈ। ਅਸੀਂ ਇੱਥੇ ਬੱਚਿਆਂ ਨੂੰ ਹੋਰ ਵੀ ਇਸ ਕਾਲਜ ਤੋਂ ਇਲਾਵਾ ਅਲੱਗ ਜਾਣਕਾਰੀ ਦੇ ਰਹੇ ਹਾਂ ਕਿ ਸਾਡੇ ਕੋਲ ਗੁਰਮਤ ਕਾਲਜ ਪਟਿਆਲਾ ਹੈ, ਪਟਿਆਲਾ ਯੂਨੀਵਰਸਿਟੀ PhD ਹੁੰਦੀ ਹੈ। ਅਸੀਂ ਕਿਉਂਕਿ ਇੱਥੇ ਬੱਚਿਆਂ ਦਾ ਟ੍ਰੈਂਡ ਜਿਹੜਾ ਸੀਗਾ ਨਾ, ਉਹ ਕੇਵਲ IT ਸੈਕਟਰ ਵੱਲ ਸੀਗਾ, ਤੇ ਅੱਜ ਜੀ ਕੇਵਲ ਉੱਥੇ 10,000 15,000 ਜਾਂ 20,000 ਜਿਹੜੀ ਆ ਉਹ ਕੇਵਲ ਤਨਖਾਹ ਹੈ। ਸਾਨੂੰ ਇੱਥੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਦਾਰ ਲਖਵਿੰਦਰ ਸਿੰਘ ਜੀ ਮਿਲੇ, ਔਰ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਦਾ ਟ੍ਰੈਂਡ ਚੇਂਜ ਨਹੀਂ ਕਰ ਪਾ ਰਹੇ, ਸਾਡੀਆਂ ਯੂਨੀਵਰਸਿਟੀਆਂ ਖਾਲੀ ਨੇ, ਸਾਡੇ ਬੱਚੇ ਜਿਹੜੇ ਆ ਨਾ ਉਹ ਆਪਣੀ ਨੈਟ ਕਲੀਅਰ ਕਰ ਹੀ ਨਹੀਂ ਰਹੇ। ਤੋਂ ਸਾਨੂੰ ਇੱਥੇ ਆਣ ਕੇ ਬੜਾ ਕੁਝ ਸਮਝਣ ਦਾ ਮੌਕਾ ਮਿਲਿਆ, ਔਰ ਪੇਰੈਂਟਸ ਸਾਨੂੰ ਸਮਝਦੇ ਨੇ। ਹਾਲਾਂਕਿ ਮੈਂ ਐਜੂਕੇਸ਼ਨ ਨਾਲ ਇੰਨਾ ਜੁੜਿਆ ਹੋਇਆ ਨਹੀਂ, ਮੈਂ ਟੀਮ ਨਾਲ ਜੁੜਿਆ ਹੋਇਆ, ਧਰਮ ਪ੍ਰਚਾਰ ਮੇਰਾ ਵਿਸ਼ਾ ਜੀ ਹੈ। ਪਰ ਸਾਡੇ ਕੋਲ ਵੀ ਲੋਕ ਹੋਪ ਰੱਖਦੇ ਨੇ, ਇਹ ਰੱਖਦੇ ਵਿਸ਼ਵਾਸ ਕਿ ਸਾਨੂੰ ਇਹ ਦੱਸਣ ਕਿ ਸਾਡੇ ਬੱਚੇ ਕਿਹੜੇ ਫੀਲਡ 'ਚ ਜਾਣ। ਇਹ ਜਿਹੜੀ ਆ ਨਾ ਉਹ ਚਿੰਤਾ ਬਣੀ ਹੋਈ। ਜੀ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਕਸ਼ਮੀਰ ਦੇ ਵਿੱਚ ਆਏ ਨੇ, ਉਹ 5 ਸਮਾਗਮਾਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਔਰ ਇਸ ਦੇ ਇਲਾਵਾ ਵੀ ਵੱਖ-ਵੱਖ ਜਥੇਬੰਦੀਆਂ ਵੀ, ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਆਪਣੀ ਪ੍ਰੋਬਲਮਸ ਲੈ ਕੇ, ਆਪਣੇ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਤਾਂ ਕਿਸ ਤਰ੍ਹਾਂ ਦੇ ਨਾਲ ਯਕੀਨ ਦਵਾਇਆ ਗਿਆ ਕਿ ਉਹਨਾਂ ਦੀਆਂ ਜਿਹੜੀਆਂ ਵੀ ਪ੍ਰੋਬਲਮਸ ਨੇ, ਕਸ਼ਮੀਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਕਿੱਦਾਂ ਯਕੀਨ ਦਵਾਇਆ ਗਿਆ ਜਥੇਦਾਰ ਸਾਹਿਬ ਦੇ ਰਾਹੀਂ ਕਿ ਉਹਨਾਂ ਨੂੰ ਕਿੱਦਾਂ ਮਤਲਬ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਵੇਗਾ ਜਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ? ਪਹਿਲੀ ਗੱਲ ਤਾਂ ਮੈਂ ਸਾਰੇ ਜਿੱਥੇ ਵੀ ਸੁਣ ਰਹੇ ਆ ਇਕਬਾਣੀ ਚੈਨਲ ਨੂੰ ਮੈਂ ਦੱਸਣਾ ਚਾਹਾਂਗਾ ਕਿ ਸ਼੍ਰੀਨਗਰ ਦਾ ਸਿੱਖ ਬੜਾ ਮਜ਼ਬੂਤ ਹੈ, ਔਰ ਜੀ ਆਪਣੀ ਸਮਝਦਾਰੀ ਦੇ ਨਾਲ, ਇੰਟੈਲੀਜੈਂਸੀ ਦੇ ਨਾਲ ਇੱਥੇ ਰਹਿ ਰਿਹਾ ਹੈ। ਔਰ ਜੀ ਕੋਈ ਡਰਨ ਵਾਲੀ ਗੱਲ ਨਹੀਂ, ਕੋਈ ਖਤਰੇ ਵਾਲੀ ਗੱਲ ਨਹੀਂ। ਹਾਂ, ਜਿਸ ਏਰੀਏ ਦੇ ਵਿੱਚ ਅਸੀਂ ਗਏ ਹਾਂ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਗਏ ਨੇ। ਸਭ ਤੋਂ ਪਹਿਲਾਂ ਉਹ ਗਏ ਨੇ ਆਪਣੇ ਡਿਸਟ੍ਰਿਕਟ ਅਨੰਤਨਾਗ ਦੇ ਵਿੱਚ ਮਟਨ ਸਾਹਿਬ। ਉਸ ਤੋਂ ਬਾਅਦ ਤਰਾਲ ਏਰੀਆ ਜਿਹੜਾ ਪੁਲਵਾਮਾ ਡਿਸਟ੍ਰਿਕਟ ਪੈਂਦਾ, ਉਹਨਾਂ ਦੀਆਂ ਮੁਸ਼ਕਲਾਂ ਹੈ ਨੇ। ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਮੁਸ਼ਕਲਾਂ ਨੇ। ਪਰ ਸਿੰਘ ਸਾਹਿਬ ਜੀ ਨੇ ਡੈਲੀਗੇਟ ਜਿਹੜੇ ਆਏ ਨੇ ਉਹਨਾਂ ਨਾਲ ਵੀ ਵਿਚਾਰ ਕੀਤੀ ਹੈ, ਪਲੱਸ ਉਹਨਾਂ ਨੇ ਸਟੇਜਾਂ ਤੋਂ ਇੱਕ ਬਹੁਤ ਵਧੀਆ ਸਪੀਚ ਦੇ ਕੇ ਇਹ ਇੱਥੋਂ ਦੀ ਜਿਹੜੀ ਪੂਰੀ ਸਿੱਖ ਸੰਗਤ ਆ ਉਹਨਾਂ ਨੇ ਹੋਰ ਉਤਸ਼ਾਹਿਤ ਕੀਤਾ ਹੈ, ਜੀ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਹੈ। ਔਰ ਉਹਨਾਂ ਨੂੰ ਯਕੀਨ ਵੀ ਦਿਵਾਇਆ ਹੈ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਉਹ ਅਸੀਂ ਹੱਲ ਵੀ ਕਰਾਂਗੇ। ਪਰ ਇੱਥੇ ਮੈਂ ਇੱਕ ਵਾਰੀ ਫੇਰ ਕਹਿ ਦੇਵਾਂ ਕਿ ਸਿੱਖ ਸੰਗਤ ਜਿਹੜੀ ਹੈ ਨਾ, ਜਿਹੜਾ ਸਿੱਖ ਆ ਕਸ਼ਮੀਰੀ ਸਿੱਖ, ਉਹ ਬੜਾ ਮਜ਼ਬੂਤ ਹੈ। ਔਰ ਕੇਵਲ ਗੱਲ ਇੰਨੀ ਕਿਹਾ ਕਿ ਇਸ ਵੇਲੇ ਜੋ ਘਟਨਾਵਾਂ ਵਾਪਰੀਆਂ ਨੇ ਜਾਂ ਪਿੱਛੇ ਜੋ ਘਟਨਾਵਾਂ ਵਾਪਰੀਆਂ ਸਨ, ਆਰਥਿਕ ਤੌਰ ਤੇ ਇਸ ਵੇਲੇ ਜਿਹੜਾ ਉਹ ਬੈਕ ਆਇਆ। ਔਰ ਸਿੰਘ ਸਾਹਿਬ ਜੀ ਨੇ ਪੂਰੇ ਸਿੱਖ ਜਗਤ ਨੂੰ ਅਪੀਲ ਕੀਤੀ ਸੀ ਕਿ ਕਸ਼ਮੀਰੀ ਸਿੱਖਾਂ ਦਾ ਸਾਥ ਦਿਓ, ਉਹਨਾਂ ਦੀ ਗੱਡੀ ਟਰੈਕ ਤੇ ਆ ਜਾਏ, ਉਹ ਮਜ਼ਬੂਤ ਹੋ ਜਾਣ ਤੇ ਦੁਬਾਰਾ ਜਿਹੜਾ ਹੈ ਨਾ, ਜਿਸ ਤਰ੍ਹਾਂ ਉਹਨਾਂ ਦਾ ਪਹਿਲਾ ਕਾਰੋਬਾਰ ਸੀਗਾ ਉਹ ਕਾਰੋਬਾਰ ਸ਼ੁਰੂ ਹੋ ਜਾਏ। ਔਰ ਮੇਨ ਮੁੱਖ ਮੁੱਦਾ ਜਿਹੜਾ ਸੀਗਾ ਉਹ ਇਹ ਸੀਗਾ ਕਿ ਇੱਕ ਆਰਥਿਕ ਤੌਰ ਤੇ ਇੱਥੋਂ ਦੇ ਸਿੱਖ ਥੋੜੇ ਬੈਕ ਆਏ ਨੇ, ਤੇ ਦੂਸਰਾ ਜਿਹੜੀਆਂ ਧਾਰਮਿਕ ਉਹਨਾਂ ਨੂੰ ਮੁਸ਼ਕਲਾਂ ਆਈਆਂ ਕਿਉਂਕਿ ਸਾਡਾ ਗਵਾਂਢੀ ਜਿਹੜਾ ਭਰਾ ਇੱਥੇ ਬੈਠਾ ਹੋਇਆ। ਸੋ ਇਹ ਸਾਰੀਆਂ ਗੱਲਾਂ ਸਿੰਘ ਸਾਹਿਬ ਜੀ ਨੇ ਜਿਹੜੀਆਂ ਸੰਗਤ ਦੇ ਨਾਲ ਜਿਹੜੀਆਂ ਨੇ ਸਟੇਜ ਤੋਂ ਵੀ ਸਾਂਝੀਆਂ ਕੀਤੀਆਂ ਨੇ, ਤੇ ਜਿਹੜੇ ਇੱਥੋਂ ਦੇ ਪਤਵੰਤੇ ਸੀਗੇ ਸਰਦਾਰ ਬਲਦੇਵ ਸਿੰਘ ਜੀ ਟੀਕਸ ਵਾਲੇ, ਜਿਨ੍ਹਾਂ ਨੇ ਸਾਰਾ ਕਾਰਜ ਕੀਤਾ। ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਸਰਦਾਰ ਬਲਦੇਵ ਸਿੰਘ ਜੀ ਦੇ ਸਮੁੱਚੇ ਪਰਿਵਾਰ ਵਾਸਤੇ ਕਿ ਉਹਨਾਂ ਨੂੰ ਮਹਾਰਾਜ ਜੀ ਹੋਰ ਸਮਰੱਥਾ ਦੇਣ ਤੇ ਹੋਰ ਤਾਕਤ ਦੇਣ। ਜਿਸ ਮਿਹਨਤ ਦੇ ਨਾਲ ਉਹਨਾਂ ਨੇ ਸਾਰੇ ਇਹ ਸਮਾਗਮ ਕੀਤੇ ਨੇ,
ਤੇ ਜਿਹੜੀ ਟੀਮ ਨਾਲ ਉਹਨਾਂ ਨੇ ਕੰਮ ਕੀਤਾ ਹੈ, ਸਾਰੀਆਂ ਡਿਸਟ੍ਰਿਕਟ ਕਮੇਟੀਆਂ ਨੂੰ ਨਾਲ ਲੈ ਕੇ, ਸਾਰੀਆਂ ਡਿਸਟ੍ਰਿਕਟ ਕਮੇਟੀਆਂ ਵਧਾਈ ਦੀਆਂ ਪਾਤਰ ਨੇ ਕਿ ਉਹਨਾਂ ਨੇ ਇੱਕ ਯੋਗ ਆਗੂ ਚੁਣਿਆ, ਕਿਉਂਕਿ ਕੌਮਾਂ ਤਾਂ ਫੈਸਲੇ ਕਰ ਸਕਦੀਆਂ ਨੇ ਜੇ ਸਾਡੇ ਕੋਲ ਕੋਈ ਯੋਗ ਤੇ ਵਧੀਆ ਆਗੂ ਹੋਏ। ਇਹ ਸਾਨੂੰ ਇੱਥੇ ਦਿਸਿਆ ਕਿ ਆਉਣ ਵਾਲਾ ਸਮਾਂ ਭਵਿੱਖ ਜਿਹੜਾ ਨਾ ਕਸ਼ਮੀਰੀ ਸਿੱਖਾਂ ਦਾ ਬਹੁਤ ਚੰਗਾ ਹੋਵੇ। ਬਿਲਕੁਲ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਕਿ ਚਾਹੇ ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਕਸ਼ਮੀਰ ਦੇ ਵਿੱਚ ਸਿੱਖ ਆਪਣੀ ਪਹਿਚਾਣ ਲੈ ਕੇ ਬਹੁਤ ਡਟ ਕੇ ਚੱਲ ਰਿਹਾ ਔਰ ਬਹੁਤ ਸੋਚ ਸਮਝ ਸੂਝ ਦੇ ਨਾਲ ਦੇਖਿਆ ਹਰ ਇੱਕ ਘਰ ਦੇ ਵਿੱਚ, ਹਰ ਇੱਕ ਸਿੱਖ ਦੇ ਵਿੱਚ ਹਰ ਇੱਕ ਚੀਜ਼ ਨੂੰ ਸਾਡੇ ਸਿੱਖ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ, ਕੀ ਘਟ ਰਿਹਾ, ਕੀ ਵਾਪਰ ਰਿਹਾ, ਉਹਨੂੰ ਲੈ ਕੇ ਹਰ ਇੱਕ ਨੌਲੇਜ ਰੱਖਣ ਦੀ ਪੂਰੀ ਉਤਸ਼ਾਹ ਹੈ ਉਹਨਾਂ ਦੇ ਵਿੱਚ। ਇਹ ਚੀਜ਼ ਤੁਹਾਡੇ ਨਾਲ ਅਸੀਂ ਬਿਲਕੁਲ ਸਹਿਮਤ ਹਾਂ ਔਰ ਇੱਥੇ ਇਸ ਗੱਲ ਦੇ ਨਾਲ ਵੀ ਸਹਿਮਤ ਹਾਂ ਅਸੀਂ ਕਿ ਸਿੰਘ ਸਾਹਿਬ ਦੇ ਆਉਣ ਦੇ ਨਾਲ ਇੱਕ ਨਵਾਂ ਉਤਸ਼ਾਹ ਵੀ ਆਇਆ ਸਿੱਖਾਂ ਦੇ ਵਿੱਚ, ਕਸ਼ਮੀਰ ਦੇ ਸਿੱਖਾਂ ਦੇ ਵਿੱਚ ਇੱਕ ਨਵਾਂ ਜੋਸ਼ ਵੀ ਭਰਿਆ, ਕਿਉਂਕਿ ਉਹਨਾਂ ਨੂੰ ਹੋਇਆ ਕਿ ਇੰਨੇ ਵੱਡੇ ਪੱਧਰ ਤੇ ਜੇਕਰ ਅਸੀਂ ਹੁਣ ਇਹ ਸਮਾਗਮ ਉਲੀਕੇ ਨੇ ਤਾਂ ਗਾਂ ਵੀ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਮਤਲਬ ਬੂਸਟ ਹੋ ਗਏ ਨੇ, ਉਹ ਬਹੁਤ ਜ਼ਿਆਦਾ ਉਤਸ਼ਾਹਿਤ ਹੋਏ ਨੇ ਕਿ ਅਗਾਂਹ ਤੋਂ ਵੀ ਅਜਿਹੇ ਸਮਾਗਮ ਉਲੀਕਿਆ ਕਰਾਂਗੇ, ਆਪਸ ਦੇ ਵਿੱਚ ਬੈਠ ਕੇ ਭਾਈਚਾਰਾ ਵਿਚਾਰ ਵਟਾਂਦਰੇ ਕਰੇਗਾ ਔਰ ਉਹਨਾਂ ਦੇ ਹੱਲ ਵੀ ਨਿਕਲ ਗਏ। ਔਰ ਸਾਡੀ ਜਿਹੜੀ ਬਾਹਰ ਇੱਕ ਹੁੰਦਾ ਹੈ ਕਿ ਹਾਂ ਇਹ ਮਤਲਬ ਕਸ਼ਮੀਰ ਦੇ ਵਿੱਚ ਜਿਹੜਾ ਸਿੱਖ ਰਹਿ ਰਿਹਾ ਹੈ ਉਹਦੇ ਬੈਕਬੋਨ ਬਹੁਤ ਮਜ਼ਬੂਤ ਹੈ। ਇਹ ਵੀ ਇੱਕ ਵਧੀਆ ਜਿਹੜਾ ਕਦਮ ਬਹੁਤ ਵਧੀਆ ਹੋਇਆ ਇਹਨਾਂ ਸਮਾਗਮਾਂ ਦੇ ਨਾਲ। ਤੇ ਵੀਰ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਅਗਰ ਕੋਈ ਹੋਰ ਜਾਣਕਾਰੀ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਦੇਖੋ ਜੀ, ਪਹਿਲਾਂ 370 ਟੁੱਟ ਗਈ, ਉਸ ਤੋਂ ਬਾਅਦ ਕੋਵਿਡ ਆ ਗਿਆ, 3 ਸਾਲ ਦਾ ਗੈਪ ਸੀਗਾ ਜਿਹੜੇ ਤੁਸੀਂ ਵਚਨ ਕੀਤੇ ਨੇ, ਉਸ ਤੋਂ ਬਾਅਦ ਐਡੇ ਵੱਡੇ ਸਮਾਗਮ ਹੋਣੇ ਜਿਹਦੇ ਵਿੱਚ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਦਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਡੇ ਬੜੇ ਪਿਆਰੇ ਜੰਮੂ ਤੋਂ ਵੀਰ ਭਾਈ ਜਗਤਾਰ ਸਿੰਘ ਜੀ ਕੀਰਤਨ ਕਰਦੇ ਨੇ। ਇਹ ਇਸ ਤਰ੍ਹਾਂ ਦੇ ਖੂਬਸੂਰਤ ਸਮਾਗਮ ਜਿਹੜੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੋਏ ਨੇ, ਜਿਹਦੇ ਵਿੱਚ ਸਰਮੌਰ ਜਿਹੜੇ ਆ ਸ਼੍ਰੋਮਣੀ ਰਾਗੀ ਆਏ ਔਰ ਨਾਲ ਸਿੰਘ ਸਾਹਿਬ ਜੀ ਆਏ। ਬੜਾ ਖੂਬਸੂਰਤ ਜਿਹੜਾ ਇਹ ਸਾਰਾ ਸਮਾਗਮ ਹੋਇਆ ਤੇ ਸਾਡੀ ਕਾਉਂਸਲਿੰਗ ਚੱਲ ਰਹੀ ਹੈ ਤੇ ਕਾਉਂਸਲਿੰਗ ਦੇ ਵਿੱਚ ਅਸੀਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ, ਤੁਹਾਨੂੰ ਦਿਖਾਵਾਂਗੇ ਕਿ ਕਾਉਂਸਲਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਬੱਚੇ ਆਏ ਨੇ, ਇਸ ਤਰ੍ਹਾਂ ਦੇ ਇੰਟੈਲੀਜੈਂਟ ਬੱਚੇ ਆਏ ਨੇ। ਅਸੀਂ ਉੱਥੇ ਜੰਮੂ ਦੇ ਵਿੱਚ ਪੰਜਾਬੀ ਕਹਿੰਦੇ ਆ ਵੀ ਪੰਜਾਬੀ ਭਾਸ਼ਾ ਵਾਸਤੇ ਕੁਝ ਨਹੀਂ ਹੋ ਰਿਹਾ, ਪਰ ਇੱਥੇ ਇਹਨਾਂ ਬੱਚਿਆਂ ਦੇ ਵਿੱਚ ਐਸੇ ਬੱਚੇ ਆਏ ਨੇ ਜਿਹੜੇ ਆਪਣੇ ਪਿੰਡਾਂ ਵਿੱਚ ਵਿਦਿਆਲਾ ਚਲਾ ਰਹੇ ਨੇ। ਪਲੱਸ 2 ਦੀਆਂ ਲੜਕੀਆਂ ਵਿਦਿਆਲਾ ਚਲਾ ਰਹੀਆਂ ਨੇ, ਕਿਤੇ 30 ਬੱਚੇ ਨੇ, ਕਿਤੇ 15 ਬੱਚੇ ਨੇ। ਤੇ ਜੇ ਅਸੀਂ ਇਸ ਇਲਾਕੇ ਵਿੱਚ ਆਉਂਦੇ ਨਾ, ਸਰਚ ਕਰਦੇ ਨਾ, ਗਰਾਊਂਡ ਲੈਵਲ ਤੇ ਅਸੀਂ ਨਾ ਪਹੁੰਚਦੇ ਤੇ ਫਿਰ ਸਾਨੂੰ ਇਸ ਕਰੀਮ ਬਾਰੇ ਪਤਾ ਹੀ ਨਹੀਂ ਲੱਗਣਾ ਸੀਗਾ। ਅੱਜ ਸਾਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਸੇਵਾ ਬਖਸ਼ਿਸ਼ ਕੀਤੀ, ਢੋਲੀ ਸੇਵਾ ਪਾਈ। ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਅਸੀਸ ਦਿਓ ਕਿ ਅਸੀਂ ਕਸ਼ਮੀਰ ਦੇ ਵਿੱਚ ਕਸ਼ਮੀਰੀ ਸਿੱਖਾਂ ਦਾ ਹੋਰ ਜਿਹੜਾ ਨਾ ਸਾਥ ਦੇ ਸਕੀਏ। ਸੋ ਮੈਂ ਤੁਹਾਨੂੰ ਲੈ ਕੇ ਚੱਲ ਰਿਹਾ ਜੀ ਵੀਰ ਜੀ। ਹਾਂਜੀ ਹਾਂ, ਮੈਂ ਲੈ ਕੇ ਚੱਲ ਰਿਹਾ। ਇੱਕ ਬਾਣੀ ਚੈਨਲ ਦੇ ਫਤਿਹ ਦੀ ਸਾਂਝ ਕਰ ਲਿਓ ਜੀ, ਲਾਈਵ ਚੱਲ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਆਪਾਂ ਸਾਰੀ ਹੀ ਕਾਉਂਸਲਿੰਗ ਦੇਖ ਮਤਲਬ ਵੀਰ ਜੀ ਹਰਪਿੰਦਰ ਸਿੰਘ ਜੀ ਸਾਨੂੰ ਉੱਥੋਂ ਭਾਈ ਸਾਹਿਬ ਜੀ ਪੂਰੀ ਲਾਈਵ ਤਸਵੀਰਾਂ ਵਿਖਾ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਕਾਉਂਸਲਿੰਗ ਹੋ ਰਹੀ ਹੈ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਜੀ, ਕਾਉਂਸਲਿੰਗ ਜਿਸ ਤਰ੍ਹਾਂ ਦੇ ਨਾਲ ਅੱਜ ਚੱਲ ਰਹੀ ਹੈ। ਹਾਂਜੀ ਬੇਟਾ ਜੀ। ਜੀ ਜਿਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਕਾਉਂਸਲਿੰਗ ਚੱਲ ਰਹੀ ਹੈ, ਥੋੜਾ ਜਿਹਾ ਕੁਝ ਮੈਸੇਜ ਤੁਸੀਂ ਵੀ ਸਾਡੀ ਸੰਗਤ ਨੂੰ ਦੇ ਦਿਓ। ਬਹੁਤ ਵਧੀਆ ਜੀ, ਬਹੁਤ ਵਧੀਆ। ਬਾਹਰਲੇ ਜਿਹੜੇ ਜ਼ਿਲ੍ਹਿਆਂ ਚੋਂ ਬੱਚੇ ਆਏ ਆ ਸ਼੍ਰੀਨਗਰ, ਅਸੀਂ ਕਾਉਂਸਲਿੰਗ ਕਰ ਰਹੇ ਹਾਂ। ਮੇਰੇ ਨਾਲ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਸਾਹਿਬਾਨ ਸਰਦਾਰ ਸੁਖਵਰ ਸਿੰਘ ਪੰਨੂ ਤੇ ਬਾਕੀ ਇੱਥੇ ਦੇ ਲੋਕਲ ਸਾਡੇ ਸੀਨੀਅਰ ਆਗੂ ਬੈਠੇ ਆ, ਸਾਡਾ ਸਟਾਫ ਬੈਠਾ ਸਾਰਾ, ਮਾਤਾ ਸਾਹਿਬ ਔਰ ਗਰਲ ਕਾਲਜ ਦਾ। ਔਰ ਬੱਚਿਆਂ 'ਚ ਬੜਾ ਉਤਸ਼ਾਹ ਹੈ, ਵਧੀਆ ਗੁਰਸਿੱਖ ਬੱਚਿਆਂ ਦੀ ਅਸੀਂ ਬੱਚੀਆਂ ਦੀ ਚੋਣ ਕਰਕੇ ਮਾਤਾ ਸਾਹਿਬ ਕੌਰ ਗਰਲ ਕਾਲਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਡੇ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਸਾਡੀ ਸਾਰੀ ਮੈਨੇਜਮੈਂਟ ਵੱਲੋਂ ਯਤਨ ਹੈ ਕਿ ਅਸੀਂ ਇਹ ਵਧੀਆ ਬੱਚਿਆਂ ਨੂੰ ਲੈ ਕੇ ਜਾਣਾ ਹੈ ਔਰ ਇਹਨਾਂ ਦੀਆਂ ਵਧੀਆ ਜ਼ਿੰਦਗੀਆਂ, ਗੁਰਮਤਿ ਦੀ ਪੜ੍ਹਾਈ, ਪੰਜਾਬੀ ਦੀ ਸਿਖਲਾਈ, ਜਿੱਥੇ
ਦੁਨਿਆਵੀ ਪੜ੍ਹਾਈ ਤੋਂ ਬਾਅਦ ਅਸੀਂ ਸੰਗੀਤ ਦੀ ਵਿੱਦਿਆ, ਗੱਤਕੇ ਦੀ ਵਿੱਦਿਆ, ਸੰਥਿਆ, ਗੁਰਬਾਣੀ ਦੀ ਤੇ ਪੂਰਾ ਗੁਰਮਤਿ ਦੇ ਸਿਧਾਂਤ ਇਹਨਾਂ ਨੂੰ ਸਿਖਾਉਣ ਦਾ ਸਾਡਾ ਯਤਨ ਹੋਵੇਗਾ। ਠੀਕ ਹੈ ਜੀ ਜੀ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਔਰ ਅਸੀਂ ਦੇਖਿਆ ਕਾਉਂਸਲਿੰਗ ਬਹੁਤ, ਜਦੋਂ ਕਿਉਂਕਿ ਤੁਸੀਂ ਜੰਮੂ ਵੀ ਆਏ ਸੀ ਔਰ ਉੱਥੇ ਵੀ ਕਾਉਂਸਲਿੰਗ ਦੇ ਵਿੱਚ ਅਸੀਂ ਦੇਖਿਆ ਕਾਉਂਸਲਿੰਗ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਹੀ ਹੈ। ਇਸ ਚੀਜ਼ ਦੀ ਹੁਣ ਵੀ ਉਸੇ ਤਰ੍ਹਾਂ ਹੀ ਕਰ ਰਹੇ ਹਾਂ, ਹੁਣ ਵੀ ਉਸੇ ਬਿਲਕੁਲ ਅਸੀਂ ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਬਹੁਤ ਬਹੁਤ ਵਧਾਈ ਦੀ ਗੱਲ ਹੈ ਅੱਜ, ਔਰ ਮੁਬਾਰਕ ਸਮਾਂ ਹੈ ਜੰਮੂ ਕਸ਼ਮੀਰ ਵਾਸਤੇ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸਿੱਖ ਸੰਗਤਾਂ ਵੱਲੋਂ ਇੱਕ ਗਿਲਾ ਸੀ, ਉਹਨਾਂ ਦੀ ਮੰਗ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ਦੇ ਸਿੱਖਾਂ ਲਈ ਐਜੂਕੇਸ਼ਨ ਲਈ ਕੋਈ ਉਪਰਾਲੇ ਕੀਤੇ ਜਾਣ। ਸੋ ਮੈਨੂੰ ਲੱਗਦਾ ਹੈ ਕਿ ਸਤਿਗੁਰੂ ਨੇ ਉਹ ਸਮਾਂ ਬਖਸ਼ਿਸ਼ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ, ਜਿਹੜੇ ਆਪ ਇੱਕ ਫੀਮੇਲ ਔਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਉਹਨਾਂ ਦੇ ਇਸ ਵਧੀਆ ਉਪਰਾਲੇ ਦੇ ਨਾਲ ਜੰਮੂ ਕਸ਼ਮੀਰ ਦੇ ਅੰਦਰ ਅੱਜ ਸਾਡੀਆਂ ਸਿੱਖ ਬੱਚੀਆਂ ਮਾਤਾ ਸਾਹਿਬ ਕੌਰ ਗਰਲਸ ਕਾਲਜ ਜੋ ਬਠਿੰਡਾ ਵਿਖੇ ਸਥਾਪਿਤ ਹੈ, ਉੱਥੇ ਪੜ੍ਹਨ ਲਈ ਜਾ ਰਹੀਆਂ ਹਨ। ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਆਪ ਜੀ ਵੱਲੋਂ ਬੜਾ ਵਧੀਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਉਪਰਾਲਾ ਕਰਕੇ ਆਪ ਜੀ ਨੇ, ਜਦੋਂ ਇਹਨਾਂ ਦੀ ਟੀਮ ਜੰਮੂ ਵਿਖੇ ਪਹੁੰਚੀ ਸੀ, ਸਭ ਤੋਂ ਪਹਿਲੇ ਪ੍ਰੋਫੈਸਰ ਸੁਪਰੀਡੈਂਟ ਸਾਹਿਬ ਰਾਜਿੰਦਰ ਸਿੰਘ ਜੀ, ਤੇ ਉਦੋਂ ਆਪ ਜੀ ਦੇ ਹੀ ਚੈਨਲ ਤੇ ਇੱਕ ਸ਼ਾਰਟ ਜਿਹਾ ਮੈਸੇਜ ਦਿੱਤਾ ਸੀ। ਉਸ ਮੈਸੇਜ ਨਾਲ ਬਹੁਤ ਸਾਰਾ ਜੋ ਉਤਸ਼ਾਹ ਬੱਚੀਆਂ ਵਿੱਚ ਵੇਖਿਆ ਗਿਆ। ਨਸ਼ਹਿਰਾ, ਰਜੌਰੀ, ਰਿਆਸੀ ਤੋਂ ਬੱਚੀਆਂ ਨੇ ਉੱਥੇ ਕਾਉਂਸਲਿੰਗ ਵਿੱਚ ਭਾਗ ਲਿਆ। ਸੋ ਅੱਜ ਸ੍ਰੀਨਗਰ ਵਿੱਚ ਤਕਰੀਬਨ 100 ਦੇ ਕਰੀਬ ਬੱਚੀਆਂ ਜਿਹੜੀਆਂ ਚਾਹ ਉਹਨਾਂ ਦੇ ਮਨ 'ਚ ਕਿ ਅਸੀਂ ਪੰਜਾਬ ਮਾਤਾ ਸਾਹਿਬ ਕੌਰ ਗਰਲਸ ਕਾਲਜ ਵਿਖੇ ਆਪਣੀ ਦੁਨਿਆਵੀ ਵਿੱਦਿਆ ਹਾਸਲ ਕਰਨੀ ਹੈ। ਔਰ ਸਾਡੇ ਵਿੱਚ ਵਿਸ਼ੇਸ਼ ਕਰਕੇ ਮੈਂ ਆਪਣੇ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਬਾਬਾ ਬੂਟਾ ਸਿੰਘ ਜੀ, ਜਿਹੜੇ ਸੀਨੀਅਰ ਮੀਤ ਪ੍ਰਧਾਨ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਇੱਕ ਚੰਗੇ ਪ੍ਰਚਾਰਕ, ਕਥਾਵਾਚਕ, ਔਰ ਸਤਿਗੁਰ ਦੀ ਅਪਾਰ ਕਿਰਪਾ ਹੈ ਇਹਨਾਂ ਤੇ। ਇਹ ਜੰਮੂ ਵਿਖੇ ਵੀ ਕਾਉਂਸਲਿੰਗ ਵਿੱਚ ਪਹੁੰਚੇ ਸੀ, ਅੱਜ ਵੀ ਇੱਥੇ ਵਿਸ਼ੇਸ਼ ਕਰਕੇ, ਔਰ ਉਸ ਕਾਲਜ ਦੇ ਚੇਅਰਮੈਨ ਵੀ ਹਨ। ਸੋ ਅੱਜ ਪਹੁੰਚੇ ਹਨ ਨਾਲ ਸਾਡੇ ਅਤੀ ਸਤਿਕਾਰਯੋਗ ਸਰਦਾਰ ਸੁਖਵਰ ਸਿੰਘ ਜੀ ਪੰਨੂ ਸਾਹਿਬ, ਜਿਨ੍ਹਾਂ ਨੂੰ ਜੰਮੂ ਦੀ ਸਿੱਖ ਸੰਗਤ ਬਹੁਤ ਪਿਆਰ ਕਰਦੀ ਹੈ, ਹਰ ਨੌਜਵਾਨ ਇਹਨਾਂ ਨੂੰ ਪਿਆਰ ਕਰਦਾ ਹੈ। ਔਰ ਅੱਜ ਇਹ ਵਿਸ਼ੇਸ਼ ਕਰਕੇ ਪੰਨੂ ਸਾਹਿਬ ਦੇ ਨਾਲ ਇੱਕ ਸੰਪਰਕ ਸਾਡਾ ਸਭ ਤੋਂ ਪਹਿਲੇ ਬਣਿਆ ਸੀ, ਤੇ ਇਹਨਾਂ ਮੈਂ ਸਮਝਦਾ ਕਿ ਵਸੀਲਾ ਜਿਹੜਾ ਵਿਚੋਲਾ ਹੁੰਦਾ ਹੈ ਸਰਦਾਰ ਸੁਖਵਰ ਸਿੰਘ ਜੀ ਪੰਨੂ, ਜਿਨ੍ਹਾਂ ਦੀ ਅਥਾਹ ਮਿਹਨਤ ਪਿਛਲੇ 3 ਸਾਲਾਂ ਤੋਂ ਅੱਜ ਉਹ ਮਿਹਨਤ ਰੰਗ ਲਿਆਈ ਹੈ। ਇਹਨਾਂ ਦੇ ਨਾਲ ਮੇਰੇ ਵੱਡੇ ਵੀਰ ਸਤਿਕਾਰਯੋਗ ਭਾਈ ਹਰਪਿੰਦਰ ਸਿੰਘ ਜੀ, ਇੰਚਾਰਜ ਸਿੱਖ ਮਿਸ਼ਨ ਜੰਮੂ ਕਸ਼ਮੀਰ, ਔਰ ਇੱਕ ਚੰਗੇ ਉੱਘੇ ਪ੍ਰਚਾਰਕ, ਜਿਨ੍ਹਾਂ ਦੇ ਦਿਨ ਰਾਤ ਅਥਾਹ ਮਿਹਨਤ ਦੇ ਨਾਲ ਇਹ ਸਾਰੇ ਉਪਰਾਲੇ ਹੋ ਰਹੇ ਹਨ। ਜਿਸ ਤਰ੍ਹਾਂ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਵੀ ਹੈ ਕਿ ਜਦੋਂ ਦੇ ਵੀਰ ਜੀ ਸਿੱਖ ਮਿਸ਼ਨ ਦੇ ਇੰਚਾਰਜ ਬਣੇ ਸੀ, ਉਸ ਤੋਂ ਬਾਅਦ 370 ਵੀ ਟੁੱਟ ਗਈ, ਫਿਰ ਉਸ ਤੋਂ ਬਾਅਦ ਅੱਗੇ ਕੋਵਿਡ ਆ ਗਿਆ। ਸੋ ਜਿਹੜੀਆਂ ਸੇਵਾਵਾਂ ਇਹ ਕਰ ਸਕਦੇ ਹਨ, ਕਿਉਂਕਿ 20 ਸਾਲ ਦਾ ਤਜਰਬਾ ਹੈ ਇਹਨਾਂ ਕੋਲ, ਛੱਤੀਸਗੜ੍ਹ ਉਹਨਾਂ ਇਲਾਕਿਆਂ 'ਚ ਕੀਤਾ ਹੈ ਜਿਹੜੇ ਹਜ਼ਾਰਾਂ ਕਿਲੋਮੀਟਰ ਦੂਰ ਹਨ। ਸੋ ਜੰਮੂ ਵਿੱਚ ਥੋੜਾ ਜਿਹਾ ਵਾਂਝੇ ਰਹਿ ਗਏ ਸੀ ਅਸੀਂ ਕੋਵਿਡ ਦੇ ਕਾਰਨ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਇਹਨਾਂ ਦੇ ਉਪਰਾਲੇ ਦੇ ਨਾਲ ਅੱਜ ਸਾਰਾ ਇਹ ਕਸ਼ਮੀਰ ਵਿਖੇ ਜਿਹੜਾ ਇਹ ਪ੍ਰੋਗਰਾਮ ਹੋ ਰਿਹਾ ਹੈ। ਔਰ ਮੇਰੇ ਕਸ਼ਮੀਰ ਦੇ ਵੀਰ ਸਰਦਾਰ ਬਲਦੇਵ ਸਿੰਘ ਜੀ, ਜਿਨ੍ਹਾਂ ਲਈ ਮੈਂ ਕਹਿਣਾ ਚਾਹਾਂਗਾ ਕਿ ਪਿਛਲੇ ਦਿਨਾਂ ਦੇ ਅੰਦਰ ਜਿਹੜੇ ਉਹਨਾਂ ਨੇ ਸਮਾਗਮ ਕਰਵਾਏ, ਸਿੰਘ ਸਾਹਿਬ ਜੀ ਨੂੰ ਸੱਦਾ ਦਿੱਤਾ, ਉਹਨਾਂ ਨੂੰ ਇੱਥੇ ਬੁਲਾਇਆ, ਔਰ ਉਹਨਾਂ ਦੇ ਆਉਣ ਨਾਲ ਜਿਹੜਾ ਉਤਸ਼ਾਹ, ਔਰ ਉਹਨਾਂ ਸਮਾਗਮਾਂ 'ਚ ਜਿਹੜਾ ਉਤਸ਼ਾਹ ਬੱਚਿਆਂ ਵਿੱਚ ਹੋਇਆ ਮਿਲਿਆ ਹੈ, ਉਹ ਇਸ ਵਧਾਈ ਦੇ ਪਾਤਰ ਹਨ। ਅੱਜ ਇਹ ਵੀ ਜਿਹੜਾ ਪ੍ਰੋਗਰਾਮ ਸਾਰਾ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੇ ਪਤਵੰਤੇ ਆਏ ਹਨ, ਇੱਥੇ ਪਹੁੰਚੇ ਹਨ। ਸਾਡੇ ਇੱਥੋਂ ਡਿਸਟ੍ਰਿਕਟ ਬਡਗਾਮ ਦੇ ਪ੍ਰਧਾਨ ਸਾਹਿਬ ਸਰਦਾਰ ਸੰਤਪਾਲ ਸਿੰਘ ਜੀ, ਜਿਹੜੇ ਅਕਸਰ ਤੁਹਾਡੇ ਚੈਨਲ ਤੇ ਵੀ ਲਾਈਵ ਹੁੰਦੇ ਹਨ, ਤੇ ਉਹਨਾਂ ਨੂੰ ਆਪ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਸੰਤਪਾਲ ਜੀ ਆ ਕੇ ਆਪਣੇ ਵੱਲੋਂ, ਕਿਉਂਕਿ ਅਸੀਂ ਤਾਂ ਜੰਮੂ ਤੋਂ ਆਏ ਹਾਂ, ਆਪਣੇ ਵੱਲੋਂ ਜਿਹੜੇ ਪਤਵੰਤੇ ਆਏ ਹਨ ਉਹਨਾਂ ਦਾ ਧੰਨਵਾਦ ਕਰਦੇ ਹਨ। ਤੇ ਨਾਲ ਤੁਹਾਨੂੰ ਇਸ ਤੋਂ ਬਾਅਦ 1-2 ਬੱਚੀਆਂ ਦੇ ਦਰਸ਼ਨ ਕਰਵਾਵਾਂਗੇ, ਜਿਹੜੀਆਂ ਬੱਚੀਆਂ ਦੁਨਿਆਵੀ ਵਿੱਦਿਆ ਤਾਂ ਹਾਸਲ ਕਰਨ ਜਾ ਰਹੀਆਂ ਹਨ। ਦੇਖੋ ਗਰਾਊਂਡ 'ਚ ਕੰਮ ਹੋਇਆ, ਉਸ ਕੰਮ ਦਾ ਇਹ ਨਤੀਜਾ ਨਿਕਲਿਆ ਕਿ ਉਹ ਬੱਚੀਆਂ ਆਪ ਵਿਦਿਆਲਾ ਚਲਾ ਰਹੀਆਂ ਹਨ, ਪੰਜਾਬੀ ਦੀ ਕਲਾਸਿਸ, ਕੀਰਤਨ ਦੀ ਟ੍ਰੇਨਿੰਗ ਦੇ ਰਹੀਆਂ ਹਨ। ਅਗਰ ਇੱਥੇ ਕੋਈ ਆਉਂਦਾ ਪਹੁੰਚਦਾ ਹੀ ਨਹੀਂ, ਤੇ ਫਿਰ ਇਹ ਸਾਨੂੰ ਕਰੀਮ ਕਿਸ ਤਰ੍ਹਾਂ ਮਿਲਣੀ ਸੀ। ਸੋ ਮੈਂ ਅਪੀਲ ਕਰਨਾ ਚਾਹੁੰਦਾ ਦੇ ਰਾਹੀਂ ਮੇਰੇ ਭੈਣ ਜੀ ਰਮਨਦੀਪ ਕੌਰ ਜੀ, ਕਿ ਜਦੋਂ ਦਾ ਤੁਸੀਂ ਇੱਕ ਬਾਣੀ ਚੈਨਲ ਨੂੰ ਇਸ ਤਰ੍ਹਾਂ ਇੱਕ ਲਾਈਵ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਤੇ ਮੈਂ ਸਮਝਦਾ ਕਿ ਇਹ ਵੀ ਇੱਕ ਉਤਸ਼ਾਹ ਜੰਮੂ ਦੇ ਅੰਦਰ ਆਇਆ। ਨਹੀਂ ਤਾਂ ਅਸੀਂ ਆਪਣੇ ਤੌਰ ਤੇ ਐਕਟੀਵਿਟੀਆਂ ਕਰਦੇ ਸੀ,
ਪਰ ਉਹ ਕਿਤੇ 6 ਮਹੀਨੇ ਬਾਅਦ 1 ਸਾਲ ਬਾਅਦ 8 ਮਹੀਨਿਆਂ ਬਾਅਦ ਕੋਈ ਸਾਹਮਣੇ ਆਉਂਦੀ ਸੀ। ਪਰ ਇਹ ਬੜਾ ਵਧੀਆ ਉਪਰਾਲਾ ਹੈ ਕਿ ਜਿੱਥੇ ਵੀ ਹਰ ਜਗ੍ਹਾ ਕੋਈ ਨਾ ਕੋਈ ਐਕਟੀਵਿਟੀ ਪੰਥ ਦੀ ਚੜ੍ਹਦੀ ਕਲਾ ਦੀ ਹੁੰਦੀ ਹੈ। ਤੁਸੀਂ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਕਿਸ ਤਰ੍ਹਾਂ ਤੁਸੀਂ ਟਾਈਮ ਕੱਢਦੇ ਹੋ, ਹਰ ਜਗ੍ਹਾ ਨੂੰ ਦੇਖਦੇ ਹੋ ਕਿ ਉੱਥੇ ਕਿਹੜੀ ਐਕਟੀਵਿਟੀ ਕਿਤੇ ਹੋ ਰਹੀ ਹੈ। ਤੁਹਾਡੇ ਲਈ ਵੀ ਮੇਰੀ ਦਿਲੋਂ ਅਰਦਾਸ ਹੈ ਕਿ ਇਹ ਜਿਹੜਾ ਚੈਨਲ ਸਾਡਾ ਮੇਰੇ ਵੀ ਸਾਨੂੰ ਮਾਣ ਹੈ ਆਪਣੇ ਇਸ ਚੈਨਲ ਤੇ। ਅਰਦਾਸ ਹੈ ਦਿਲੋਂ ਗੁਰੂ ਰਾਮਦਾਸ ਕਿਰਪਾ ਕਰਨ ਕਿ ਇਸ ਚੈਨਲ ਨੂੰ ਸੈਟੇਲਾਈਟ ਚੈਨਲ ਬਣਾਉਣ, ਤਾਂ ਕਿ ਇਹ ਜਿਹੜੀ ਸਿੱਖੀ ਦੀ ਖੁਸ਼ਬੂ ਹੈ ਇਹ ਨਾ ਕੇਵਲ ਜੰਮੂ ਕਸ਼ਮੀਰ 'ਚ ਰਹਿ ਸਕੇ ਪਰ ਦੁਨੀਆ ਭਰ ਦਾ ਸਿੱਖ ਇਸ ਨੂੰ ਦੇਖ ਕੇ ਉਹਨਾਂ ਦੇ ਅੰਦਰ ਵੀ ਉਤਸ਼ਾਹ ਪੈਦਾ ਹੋਵੇ। ਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਬੇਅੰਤ ਵੀਰ ਜੀ, ਕਿਉਂਕਿ ਅਕਸਰ ਕਹਿੰਦੇ ਹਨ ਕਿ ਮੇਰਾ ਨਾਮ ਨਹੀਂ ਲੈਣਾ, ਪਰ ਮੈਂ ਉਹਨਾਂ ਦਾ ਇਸ ਲਈ ਲੈਂਦਾ ਕਿ ਇੱਕ ਨੌਜਵਾਨ ਉਹਨਾਂ ਦਾ ਨਾਲ ਨੌਜਵਾਨਾਂ ਦੇ ਨਾਲ ਉਹਨਾਂ ਦਾ ਹੀ ਰਾਬਤਾ ਹੈ। ਔਰ ਉਹਨਾਂ ਨੇ ਜਿਹੜੀ ਸਾਰੀ ਕੋਸ਼ਿਸ਼ ਕਰਕੇ, ਮੈਂ ਵੀ ਕੱਲ ਪਿਛਲੇ ਦਿਨਾਂ 'ਚ ਸਮਾਗਮਾਂ ਵਿੱਚ ਇੱਥੇ ਜਿਸ ਤਰ੍ਹਾਂ ਭਾਈ ਹਰਭਿੰਦਰ ਸਿੰਘ ਜੀ ਨੇ ਦੱਸਿਆ ਕਿ ਉੱਥੇ ਹਾਜ਼ਰੀਆਂ ਭਰੀਆਂ ਸਨ ਕੀਰਤਨ ਦੀਆਂ, ਤੇ ਕੀਰਤਨੀਆਂ ਹੋਣ ਇੱਕ ਪ੍ਰਚਾਰਕ ਹੋਣ ਦੇ ਨਾਤੇ ਕਈ ਵਾਰੀ ਇਹ ਹੈ ਕਿ ਕਿਹਾ ਜਾਂਦਾ ਕਿ ਕੀਰਤਨ ਦਾ ਸਮਾਂ ਭਾਈ ਸਾਹਿਬ ਕਿੰਨਾ ਕੁ ਕੱਢਦੇ ਹਨ, ਰਿਆਜ਼ ਕਿਹੜੇ ਟਾਈਮ ਕਰਦੇ ਹਨ, ਤੇ ਇੱਧਰ ਪੰਥਕ ਐਕਟੀਵਿਟੀਆਂ। ਪਰ ਸ਼ੁਰੂ ਤੋਂ ਹੀ ਇੱਕ ਪਰਿਵਾਰਕ ਸੰਸਕਾਰ ਹਨ ਕਿ ਅਸੀਂ ਸ਼ੁਰੂ ਤੋਂ ਹੀ ਜਿਹੜਾ ਕੀਰਤਨ ਦੀ ਦੁਨੀਆ ਵਿੱਚ ਆਏ ਹਾਂ ਤੇ ਇਹਨਾਂ ਧਾਰਮਿਕ ਐਕਟੀਵਿਟੀਆਂ ਵਿੱਚੋਂ, ਜਿਸ ਵਿੱਚ ਮੇਰੀ ਮਾਤਾ ਦਾ ਬੜਾ ਵੱਡਾ ਯੋਗਦਾਨ ਹੈ, ਸੋ ਉਹੀ ਜਿਹੜਾ ਪੂਰਾ ਸੰਸਕਾਰ ਹੈ ਸਾਨੂੰ ਨਹੀਂ ਰਹਿਣ ਹੁੰਦਾ। ਜਦੋਂ ਕੀਰਤਨ ਨਹੀਂ ਹੁੰਦੇ ਅਸੀਂ ਇਹਨਾਂ ਪੰਥਕ ਐਕਟੀਵਿਟੀਆਂ ਵਿੱਚ ਹਿੱਸਾ ਪਾਉਂਦੇ ਹਾਂ। ਤੇ ਮੈਂ ਇੱਕੋ ਹੀ ਵੀ ਆਪਣੇ ਵੱਲੋਂ ਅਖੀਰ ਵਿੱਚ ਕਿ ਅੱਜ ਕੋਸ਼ਿਸ਼ ਕਰੀਏ ਪੋਜ਼ਿਟਿਵਿਟੀ ਨੂੰ ਲਿਆਈਏ, ਪੰਥ ਦੀ ਚੜ੍ਹਦੀ ਕਲਾ ਗੱਲ ਹੈ ਉਸਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ। ਬਹੁਤ ਸਾਰੀਆਂ ਖਾਮੀਆਂ, ਵਿਚਾਰਕ ਮਤਭੇਦ ਸਾਡੇ ਜ਼ਰੂਰ ਹੁੰਦੇ ਹਨ। ਇੱਕ ਪਰਿਵਾਰ ਨੂੰ ਚਲਾਉਣਾ ਜੀਆਂ ਦੇ ਆਪਸੀ ਮਤਭੇਦ ਹੋ ਜਾਂਦੇ ਹਨ, ਪਰ ਉਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਹਿ ਕੇ ਵਿਚਾਰੀਏ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੁੜੀ, ਗੁਰਮੁਖ ਬੈਸੋ ਸਫਾ ਵਿਚਾਏ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਸੰਤਪਾਲ ਜੀ ਆਪਣੇ ਵੱਲੋਂ ਇੱਥੋਂ ਦੀ ਆਏ ਪਤਵੰਤਿਆਂ ਦਾ ਧੰਨਵਾਦ ਕਰਨਗੇ, ਤੇ ਨਾਲ ਮੈਂ ਫਿਰ 1-2 ਬੱਚੇ ਜਿਹੜੇ ਬਾਹਰ ਫਾਰਮ ਭਰ ਰਹੇ ਹਨ ਉਹਨਾਂ ਦੇ ਅੰਦਰ ਚਾਹ ਵੇਖੋ। ਸਵੇਰੇ 7 ਵਜੇ ਦੇ ਬੱਚੇ ਇੱਥੇ ਜੰਮੂ ਤੋਂ ਵੀ ਜਿਹੜੇ ਬੱਚੇ ਕਾਉਂਸਲਿੰਗ ਵਿੱਚ ਰਹਿ ਗਏ ਸੀ, 7 ਪਰਿਵਾਰ ਜੰਮੂ ਤੋਂ ਵੀ ਇੱਥੇ ਪਹੁੰਚੇ ਹਨ। ਮੈਂ ਸਮਝਦਾ ਕਿ ਇੱਕ ਉਮੀਦ ਜਾਗੀ ਹੈ। ਤੇ ਚੜ੍ਹਦੀ ਕਲਾ ਵਾਲੀ ਗੱਲ ਜਿਹੜੀ ਹੈ ਉਸਨੂੰ ਚੜ੍ਹਦੀ ਕਲਾ 'ਚ ਕਰਨਾ ਚਾਹੀਦਾ। ਸਿੱਖ ਚੜ੍ਹਦੀ ਕਲਾ 'ਚ ਰਹਿੰਦਾ ਹੈ, ਸਾਨੂੰ ਪਿੱਛੇ ਵੇਖਣ ਦੀ ਜ਼ਰੂਰਤ ਨਹੀਂ। ਮੈਂ ਸਾਰੇ ਨੌਜਵਾਨ ਵੀਰਾਂ ਨੂੰ ਅਪੀਲ ਕਰਾਂ, ਆਪਣੇ ਆਪਣੇ ਵਿਚਾਰ ਵਧੀਆ ਤੋਂ ਵਧੀਆ ਤੁਸੀਂ ਕੰਮ ਕਰੋ। ਇੱਕ ਬਾਣੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਇਸ ਚੈਨਲ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਕਰੋ, ਤਾਂ ਕਿ ਇਹ ਜਿੰਨਾ ਚੈਨਲ ਮਜ਼ਬੂਤ ਹੋਵੇਗਾ ਸਾਡੀ ਉਨੀ ਗੱਲ ਜਿਹੜੀ ਉਹ ਬਾਹਰ ਆਏਗੀ, ਸਾਡੇ ਕੀਤੇ ਕੰਮ ਜਿਹੜੇ ਕੌਮ ਦੇ ਲੇਖੇ ਲੱਗ ਸਕਣਗੇ। ਆਓ ਜੀ ਸੰਤਪਾਲ ਸਿੰਘ ਜੀ ਉਹਨਾਂ ਪਾਸੋਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਰਮਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਆਵਾਜ਼ ਜਿਹੜੀ ਹੈ ਹਰ ਪੱਖੋਂ, ਧਾਰਮਿਕ ਪੱਖੋਂ, ਸਿਆਸੀ ਪੱਖੋਂ ਜਾਂ ਕੋਈ ਵੀ ਸਾਡਾ ਮਸਲਾ ਕਸ਼ਮੀਰ ਦਾ ਹਰਦਮ ਆਪ ਹਾਈਲਾਈਟ ਕਰਦੇ ਹੋ। ਅਸੀਂ ਤਾਂ ਰੋਜ਼ ਹੀ ਅਰਦਾਸ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ, ਤੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਸ਼ੁਕਰੀਆ ਧੰਨਵਾਦ ਕਰਨਾ ਚਾਹੁੰਦਾ ਹਾਂ ਬੀਬੀ ਜਗੀਰ ਕੌਰ ਜੀ, ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਅਤੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਦੇ ਉਪਰਾਲੇ ਸਦਕਾ, ਤੇ ਸਰਦਾਰ ਬਲਦੇਵ ਸਿੰਘ ਜੀ ਚੇਅਰਮੈਨ ਆਲ ਡਿਸਟ੍ਰਿਕਟ ਗੁਰਦੁਆਰਾ ਕਮੇਟੀਆਂ ਦੇ, ਜਿਨ੍ਹਾਂ ਦੇ ਬੜੀ ਮਿਹਨਤ ਤੇ ਲਗਨ ਦੇ ਨਾਲ ਅੱਜ ਇਹ ਕੌਂਸਲ ਦਾ ਪ੍ਰੋਗਰਾਮ ਹੋਇਆ। ਅੱਜ ਗੁਰਦੁਆਰਾ ਸਾਹਿਬ ਦੀ ਸਾਰੀ ਟੀਮ ਜਿਹੜੀ ਆਈ ਹੈ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਇੰਚਾਰਜ ਕਸ਼ਮੀਰ ਦੇ ਜਿਹੜੇ ਸੁਪਰਡੈਂਟ ਸਾਹਿਬ ਨੇ, ਜਿੰਨੇ ਵੀ ਆਏ ਹਨ, ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਪੂਰੀ ਕਸ਼ਮੀਰ ਦੀ ਸੰਗਤ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ। ਅਤੇ ਜਿਹੜਾ ਇਹਨਾਂ ਦਾ ਇਸ ਵਕਤ ਅਸੀਂ ਕੌਂਸਲ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਬੜਾ ਸੋਹਣੇ ਢੰਗ ਦੇ ਨਾਲ ਚੱਲ ਰਿਹਾ। ਐਸਾ ਚੱਲ ਰਿਹਾ ਹੈ ਕਿ ਲੱਗਦਾ ਵੀ ਹੈ ਕਿ ਕੋਈ ਸੰਸਥਾ ਐਸੀ ਵੀ ਹੈ ਕਿ ਜਿਹੜਾ ਮਤਲਬ ਕਿ ਜਿਸ ਤਰ੍ਹਾਂ ਕੋਈ ਤੁਸੀਂ ਦੇਖੋ ਕੋਈ ਨੀਟ ਦੇ ਐਗਜ਼ਾਮ ਚੱਲਦੇ ਨੇ, ਇਸ ਤਰ੍ਹਾਂ ਸਕਰੀਨਿੰਗ ਹੋ ਰਹੀ ਹੈ, ਬੜੇ ਸੋਹਣੇ ਢੰਗ ਦੇ ਨਾਲ ਹੋ ਰਿਹਾ ਹੈ। ਬੱਚਿਆਂ ਦੇ ਵਿੱਚ ਵੀ ਉਤਸ਼ਾਹ ਹੈ। ਹੋਰ ਜਿਹੜੇ ਸਾਡੇ ਇੱਥੇ ਇੰਟਰਵਿਊ ਲੈਣ ਵਾਸਤੇ ਭਾਈ ਸਾਹਿਬ ਜੀ, ਮੀਤ ਪ੍ਰਧਾਨ, ਸਕੱਤਰ ਸਾਹਿਬ, ਇੰਚਾਰਜ ਇਹਨਾਂ ਦੇ ਵੀ ਬੜਾ ਚਾਹਤ ਹੈ ਕਿ ਕਸ਼ਮੀਰ ਦੇ ਸਿੱਖ ਬੱਚੇ ਉੱਥੇ ਜਾਣ ਤੇ ਗੁਰਮਤ ਦੇ ਨਾਲ ਜੁੜ ਕੇ ਆਪਣਾ ਜਿਹੜਾ ਧਰਮ ਹੈ ਇਹਨੂੰ ਕਸ਼ਮੀਰ ਦੇ ਵਿੱਚ ਆ ਕੇ ਫਿਰ ਫੈਲਾਵਣ। ਅਸੀਂ ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ। ਅਸੀਂ ਇਸ ਵੇਲੇ ਲੱਗੇ ਹੋਏ ਹਾਂ ਸਾਰੇ ਹੀ, ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਆਪ ਦੇ ਚੈਨਲਾਂ ਦੇ ਅਸੀਂ ਰੋਜ਼ ਵੀ ਅਰਦਾਸ ਕਰਦੇ ਹਾਂ, ਰੋਜ਼ ਹੀ ਕਰਦੇ ਰਹਾਂਗੇ ਕਿ ਤੁਹਾਡਾ ਜਿਹੜਾ ਚੈਨਲ ਹੈ ਇਹ ਵੱਧ ਤੋਂ ਵੱਧ ਤਰੱਕੀ ਕਰੇ ਔਰ ਸੈਟੇਲਾਈਟ ਨਾਲ ਜੁੜ ਕੇ ਲੋਕਾਂ ਦੇ ਸੇਵਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੂੰ ਬੱਚਿਆਂ ਦੇ ਨਾਲ ਅਸੀਂ ਰੂਬਰੂ ਕਰਵਾਵਾਂਗੇ ਜੀ। ਬੜਾ ਮਨ ਖੁਸ਼ ਹੋਇਆ ਕਿ ਸਾਡੀਆਂ ਕੌਮ ਦੀਆਂ ਸਾਡੀਆਂ ਛੋਟੀਆਂ ਭੈਣਾਂ ਕਿ
ਇਹ ਕਿਤੇ ਉਪਰਾਲੇ ਤਾਂ ਹੀ ਸਫਲ ਹਨ ਕਿ ਕੌਮ ਦਾ ਭਵਿੱਖ ਜਾਂ ਇਹ ਨੌਜਵਾਨ ਵੀਰ ਤੇ ਨੌਜਵਾਨ ਬੱਚੀਆਂ ਜਿਹੜੀਆਂ ਕੌਮ ਦਾ ਭਵਿੱਖ ਹਨ, ਇਹ ਆਪ ਜੀ ਨੂੰ ਵਿਖਾਵਾਂਗੇ ਜੀ। ਇਹ ਸਾਡੇ ਭੈਣ ਰਮਨਦੀਪ ਕੌਰ ਜੀ ਇੱਕ ਬਾਣੀ ਚੈਨਲ ਤੋਂ ਤੁਹਾਨੂੰ ਲਾਈਵ ਵਿਖਾ ਰਹੇ ਹਨ ਪੂਰੇ ਜੰਮੂ 'ਚ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ ਕੋਈ ਗੱਲ ਭੈਣ ਜੀ, ਕਰਨਗੇ? ਸਭ ਤੋਂ ਪਹਿਲਾਂ ਇਹ ਭੈਣ ਪਰਮੀਤ ਕੌਰ ਹੈ, ਪਰਮੀਤ ਕੌਰ। ਜਦੋਂ ਵੀਰ ਜੀ ਨੇ ਦੱਸਿਆ ਕਿ ਇਹ ਕਾਉਂਸਲਿੰਗ ਲਈ ਇੱਥੇ ਪਹੁੰਚੇ ਹਨ, ਸੋ ਇਹਨਾਂ ਨੇ ਆਪਣਾ ਦੱਸਿਆ ਕਿ ਜਿੱਥੇ ਦੁਨਿਆਵੀ ਵਿਦਿਆ ਹਾਸਲ ਕੀਤੀ ਹੈ ਉੱਥੇ ਪੰਜਾਬੀ ਦੀ ਕਲਾਸ ਆਪਣੇ ਇਲਾਕੇ ਵਿੱਚ ਲਗਾਉਂਦੇ ਹਨ, ਕੀਰਤਨ ਵੀ ਕਰਦੇ ਹਨ, ਔਰ ਸਭ ਤੋਂ ਵੱਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਬੈਠ ਕੇ ਆਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ। ਸੋ ਇਹ ਦੇਖੋ ਕਿ ਗਾਉਂ 'ਚ ਕੰਮ ਕਰਨ ਨਾਲ ਕਿੰਨੇ ਸਾਨੂੰ ਆਪਣੇ ਕੌਮੀ ਹੀਰੇ, ਭਾਵੇਂ ਉਹ ਸਾਡੀ ਧੀ ਭੈਣ ਹੋਵੇ ਤੇ ਭਾਵੇਂ ਸਾਡੇ ਨੌਜਵਾਨ ਵੀਰ ਹੋਣ। ਸੋ ਆਓ ਇਹਨਾਂ ਨੂੰ ਤੁਸੀਂ ਆਪ ਜੀ ਆਪਣੇ ਤਰੀਕੇ ਦੇ ਨਾਲ ਵਾਰੀ ਜਿਹੜੀ ਬੱਚੀਆਂ ਦੇ ਨਾਲ ਕੋਈ ਵੀ ਸਵਾਲ ਕੀ ਅੱਜ ਜਿਹੜੀ ਤੁਹਾਡੀ ਕਾਉਂਸਲਿੰਗ ਹੋਈ ਹੈ, ਤੁਸੀਂ ਕੀ ਸੋਚ ਕੇ ਪੰਜਾਬ ਜਿਹੜੇ ਕਾਲਜ ਵਿੱਚ ਆਪਣੀ ਵਿਦਿਆ ਨੂੰ ਲੈ ਕੇ, ਜਾਂ ਇਹ ਸਾਰੇ ਜਿਹੜੇ ਸਵਾਲ ਤੁਸੀਂ ਕਰ ਸਕਦੇ ਹੋ ਵਾਰੀ ਸੰਖੇਪ ਜਿਹਾ ਹੀ, ਕਿਉਂਕਿ ਭੈਣਾਂ ਸਾਡੀਆਂ ਹੁਣੇ ਇੰਟਰਵਿਊ ਲੈ ਕੇ ਆਈਆਂ, ਉੱਥੋਂ ਵੀ ਡਰੀਆਂ ਸਨ ਤੇ ਇਹ ਨਾ ਹੋਵੇ ਕਿ ਜ਼ਿਆਦਾ ਕੋਈ ਸਵਾਲ ਹੋ ਜਾਂਦੇ। ਆਪ ਜੀ ਇਹਨਾਂ ਪਾਸੋਂ ਇਹ ਭੈਣ ਪਰਮੀਤ ਕੌਰ ਜੀ ਪਾਸੋਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਇੱਕ ਬਹੁਤ ਵੱਡੀ ਓਪਰਚੁਨਿਟੀ ਤੁਹਾਨੂੰ ਮਿਲੀ ਹੈ ਔਰ ਤੁਸੀਂ ਆਪਣੀ ਜਿਹੜੀ ਸਟੱਡੀ ਨੂੰ ਕੰਟੀਨਿਊ ਕਰਦੇ ਹੋਏ ਜਾ ਰਹੇ ਹੋ ਮਾਤਾ ਸਾਹਿਬ ਕੌਰ ਗਰਲਸ ਕਾਲਜ ਦੇ ਵਿੱਚ, ਬਹੁਤ ਵੱਡਾ ਕਾਲਜ ਹੈ ਪੰਜਾਬ ਦਾ। ਔਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਸ ਸਮੇਂ? ਕਾਫੀ ਚੰਗਾ ਲੱਗ ਰਿਹਾ ਹੈ। ਮੈਂ ਸੋਚ ਕੇ ਕਿ ਅਸੀਂ ਇੱਥੋਂ ਵੀ ਕਿਤੇ ਬਾਹਰ ਜਾ ਰਹੇ ਹਾਂ ਤੇ ਉਹ ਵੀ ਸਾਡੇ ਆਪਣੇ ਕਾਲਜ ਮਾਤਾ ਸਾਹਿਬ ਕੌਰ ਜੀ ਦੇ ਕਾਲਜ ਵਿੱਚ ਜਾ ਰਹੇ ਹਾਂ। ਥੋੜਾ ਫੇਸ ਕਰ ਲਓ ਜੀ, ਇਹਨਾਂ ਦਾ ਥੋੜਾ ਫੇਸ ਕੱਟਿਆ ਜਾ ਜੀ। ਤੇ ਅਸੀਂ ਆਪਣੇ ਮਾਤਾ ਸਾਹਿਬ ਕੌਰ ਜੀ ਦੇ ਕਾਲਜ ਵਿੱਚ ਜਾ ਰਹੇ ਹਾਂ, ਆਪਣੇ ਰਿਲੀਜਨ ਦੇ ਕਾਲਜ ਵਿੱਚ ਜਾ ਰਹੇ ਹਾਂ ਤੇ ਸਭ ਤੋਂ ਵੱਡੀ ਚੰਗੀ ਗੱਲ ਹੈ ਸਾਡੇ ਲਈ। ਤੇ ਸਾਨੂੰ ਉੱਥੇ ਪੜ੍ਹਾਈ ਵੀ ਮਿਲੇਗੀ ਤੇ ਨਾਲ ਆਪਣੇ ਰਿਲੀਜਨ ਦੇ ਬਾਰੇ ਵੀ ਸਿੱਖਣ ਨੂੰ ਬਹੁਤ ਕੁਝ ਮਿਲੇਗਾ। ਜਿਸ ਤਰ੍ਹਾਂ ਦੀ ਗੱਤਕਾ ਵੀ ਹੈ, ਉਹ ਸਿੱਖਣ ਦੀ ਚੀਜ਼ ਹੈ, ਸਾਨੂੰ ਇੱਥੇ ਤੇ ਸਿਖਾਇਆ ਨਹੀਂ ਜਾਂਦਾ, ਉੱਥੇ ਸਿਖਾਇਆ ਜਾਏਗਾ। ਇਹ ਸਭ ਤੋਂ ਜ਼ਿਆਦਾ ਚੰਗੀਆਂ ਚੀਜ਼ਾਂ ਨੇ ਉੱਥੇ, ਜਿਸ ਦੇ ਕਰਕੇ ਅਸੀਂ ਖੁਸ਼ ਹਾਂ ਕਿ ਅਸੀਂ ਉੱਥੇ ਜਾ ਰਹੇ ਹਾਂ। ਬਿਲਕੁਲ, ਬਹੁਤ ਖੁਸ਼ੀ ਦੀ ਗੱਲ ਹੈ ਔਰ ਸ਼ੁਕਰਾਨਾ ਕਰੀਏ ਆਪਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਸ਼ਮੀਰ ਦੀਆਂ ਬੱਚੀਆਂ ਦੇ ਉੱਤੇ ਆਪਣੀ ਮਿਹਰ ਦਾ ਹੱਥ ਰੱਖਦੇ ਹੋਏ ਤੁਹਾਨੂੰ ਇੰਨਾ ਵੱਡਾ ਜਿਹੜੀ ਅਪਰਚੁਨਿਟੀ ਮਿਲੀ ਹੈ ਉਹਨਾਂ ਦੀ ਮਿਹਰ ਦੇ ਨਾਲ। ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੋਂ ਤੁਸੀਂ? ਮੈਮ ਤਰਾਲ। ਹਾਂਜੀ, ਜਿਸ ਤਰ੍ਹਾਂ ਦੇ ਨਾਲ ਤਰਾਲ ਇੱਕ ਥੋੜਾ ਜਿਹਾ ਵੈਸਾ ਡਿਸਟਰਬ ਏਰੀਆ ਵੀ ਹੈ ਹਨਾ, ਔਰ ਉੱਥੇ ਬੱਚੀਆਂ ਦਾ ਜਿੱਦਾਂ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਕੰਟੀਨਿਊ ਨਹੀਂ ਕਰ ਪਾਉਂਦੀਆਂ ਸੀ ਆਪਣੀ ਸਟੱਡੀ ਨੂੰ ਕੁੜੀਆਂ, ਤਾਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਕੀ ਕਹਿਣਾ ਕਿ ਹੁਣ ਤੁਸੀਂ ਆਪਣੀ ਗ੍ਰੈਜੂਏਸ਼ਨ ਦੇ ਲਈ ਜਾਂ ਪੋਸਟ ਗ੍ਰੈਜੂਏਸ਼ਨ ਦੇ ਲਈ ਉੱਥੇ ਜਾ ਰਹੇ ਹੋ, ਤੇ ਕੀ ਕਹਿਣਾ ਚਾਹੁੰਦੇ ਹੋ? ਮੈਮ ਸਾਨੂੰ ਬਹੁਤ ਚੰਗਾ ਲੱਗਾ ਕਿ ਉੱਥੇ ਜਿਹੜਾ ਉੱਥੇ ਅਸੀਂ ਜਾ ਰਹੇ ਹਾਂ ਮਾਤਾ ਸਾਹਿਬ ਕੌਰ ਕਾਲਜ, ਉਹ ਸਾਡੇ ਇਤਿਹਾਸ ਔਰ ਉੱਥੇ ਅਸੀਂ ਸਭ ਕੁਝ ਸਿੱਖਾਂਗੇ ਜੀ। ਔਰ ਬਿਲਕੁਲ ਹੌਸਟਲ ਫੈਸਿਲਿਟੀ ਵੀ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਹੈ, ਕੋਈ ਪੈਸੇ ਨਹੀਂ, ਹੈ ਨਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੁੰਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਸ਼ਮੀਰ ਦੀਆਂ ਬੱਚੀਆਂ ਦੇ ਲਈ ਬਹੁਤ ਵੱਡਾ ਵਾਹਿਗੁਰੂ ਦੀ ਮਿਹਰ ਦੇ ਨਾਲ ਤੋਹਫਾ ਦਿੱਤਾ ਗਿਆ ਹੈ? ਕੀ ਕਹਿਣਾ? ਜੀ ਮੈਮ, ਅਸੀਂ ਬਹੁਤ ਲੱਕੀ ਹਾਂ ਕਿ ਸਾਨੂੰ ਇਹ ਅਪਰਚੁਨਿਟੀ ਮਿਲੀ ਹੈ, ਕਿਉਂਕਿ ਮੈਮ ਇੱਥੇ ਤਾਂ ਕੁਝ ਮਿਲਦਾ ਹੀ ਨਹੀਂ, ਜਿਵੇਂ ਕਿ ਪੰਜਾਬੀ ਸਿੱਖਣ ਦੀ, ਗੱਤਕਾ ਐਂਡ ਆਲ ਦੈਟ। ਮੈਮ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਕਿ ਸਾਨੂੰ ਇੰਨੀ ਵੱਡੀ ਅਪਰਚੁਨਿਟੀ ਮਿਲਦੀ ਹੈ ਮੈਮ ਜੀ। ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਆਪ ਜੀ ਦਾ? ਜੀ ਨੀਸ਼ਾ ਪਾਲਕੋ। ਕਿੱਥੋਂ ਤੁਸੀਂ? ਤਰਾਲ, ਲਗੀਮਪੁਰਾ ਤਰਾਲ। ਅੱਛਾ, ਤਰਾਲ ਦੀਆਂ ਕਾਫੀ ਸਾਰੀਆਂ ਬੱਚੀਆਂ ਨੇ ਜਿਹੜੀਆਂ ਕਿ ਅੱਗੇ ਪੜ੍ਹਨ ਦੇ ਲਈ ਜਾ ਰਹੀਆਂ ਨੇ। ਕਿਸ ਤਰ੍ਹਾਂ ਕੀ ਮਤਲਬ ਤਰਾਲ ਦੇ ਵਿੱਚ ਅਜਿਹੀ ਕੋਈ ਓਪਰਚੁਨਿਟੀ ਅੱਜ ਤੱਕ ਤੁਹਾਨੂੰ ਨਹੀਂ ਮਿਲੀ? ਨੋ ਮੈਮ। ਅੱਛਾ, ਮਤਲਬ ਫਸਟ ਟਾਈਮ ਹੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਔਰ ਕਿੰਨੀਆਂ ਬੱਚੀਆਂ ਨੇ ਤੁਹਾਡੇ ਤਰਾਲ ਦੇ ਵਿੱਚੋਂ? ਜੀ ਮੈਮ ਕਾਫੀ 30 40 38 ਤਰਾਲ ਦੇ ਵਿੱਚੋਂ। ਤਾਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕਿ ਕਦੀ ਸੋਚਿਆ ਸੀ ਕਿ ਅਸੀਂ ਆਪਣੀ ਸਟੱਡੀ ਨੂੰ ਕੰਟੀਨਿਊ ਕਰਨ ਦੇ ਲਈ ਪੰਜਾਬ ਜਾਵਾਂਗੇ? ਅਤੇ ਨਹੀਂ ਮੈਮ, ਕਦੀ ਨਹੀਂ ਸੋਚਿਆ ਇਸ ਬਾਰੇ। ਨਹੀਂ, ਬਹੁਤ ਵੱਡਾ ਤੁਹਾਨੂੰ ਇੱਕ ਬਿਲਕੁਲ ਅਸੀਂ ਖੁਦ ਸੋਚਦੇ ਹਾਂ ਕਿ ਸ਼ਾਇਦ ਕਿ ਇਹ ਸਾਡੇ ਵਾਸਤੇ ਵੀ ਉਦੋਂ ਹੁੰਦਾ ਜੋ ਇਹਨਾਂ ਬੱਚੀਆਂ ਦੇ ਲਈ ਹੈ, ਪਰ ਤੁਹਾਡੇ ਲਈ ਵੀ ਸਾਨੂੰ ਉਨੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੁੰਦੇ ਹੋ? ਕਿੱਥੋਂ ਤੁਸੀਂ? ਮੈਂ ਤਰਾਲ ਤੋਂ। ਅੱਛਾ, ਕੀ ਨਾਮ ਹੈ ਤੁਹਾਡਾ?
ਮੇਰਾ ਨਾਮ ਅਮਰਿਤਦੀਪ ਕੌਰ। ਅੱਛਾ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਕਿ महसूस हो रहा है कि ਅਸੀਂ ਵੀ ਇੱਜ਼ਤ ਤੋਂ ਬਾਹਰ ਨਿਕਲ ਜਾ ਰਹੇ ਹਾਂ। वहाँ पे मतलब ਸਾਨੂੰ ਕਾਫੀ ਸਿਕਿਉਰਿਟੀਜ਼ ਮਿਲ ਰਹੀ ਹੈ, ਮਤਲਬ ਚੰਗੀ ਪੜ੍ਹਾਈ ਵਾਸਤੇ ਸਭ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਔਰ ਸਭ ਤੋਂ ਵਧੀਆ ਤੁਹਾਨੂੰ ਇਹ ਹੋਏਗਾ ਕਿ ਤੁਸੀਂ ਪੰਜਾਬੀ ਦੇ ਨਾਲ ਬਹੁਤ ਜ਼ਿਆਦਾ ਵਾਹਿਗੁਰੂ ਜੀ ਕਾ ਜੁੜੋਗੇ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਤੁਹਾਡਾ? ਮਨਦੀਪ ਕੌਰ। ਅੱਛਾ, ਪੜ੍ਹਨ ਦੇ ਲਈ ਤੁਸੀਂ ਹੁਣ ਪੰਜਾਬ ਜਾ ਰਹੇ ਹੋ, ਹੋਸਟਲ ਦੇ ਵਿੱਚ ਤੁਸੀਂ ਰਹਿਣਾ, ਮਤਲਬ ਬਹੁਤ ਵਧੀਆ ਤੁਹਾਨੂੰ ਉੱਥੇ এনवायरमेंट ਮਿਲਣ ਜਾ ਰਿਹਾ ਹੈ। ਤਾਂ ਕੀ ਸੋਚ ਰਹੇ ਹੋ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਸੋਚਿਆ ਸੀ ਕਿ ਅਜਿਹਾ ਕਦੀ ਲਾਈਫ ਦੇ ਵਿੱਚ ਚਾਂਸ ਮਿਲੇਗਾ? ਮੈਮ ਕਦੇ ਨਹੀਂ ਸੋਚਿਆ ਸੀ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਬਾਹਰ ਜਾ ਰਹੇ ਹਾਂ ਪੜ੍ਹਨ ਲਈ। ਅੱਛਾ, ਆਫਟਰ 12th ਜਾ ਰਹੇ ਹੋ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਮੈਮ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਆਪ ਜੀ ਦਾ? ਅਮਨਦੀਪ ਕੌਰ। ਜੀ, ਕਿਹੜੀ ਜਗ੍ਹਾ ਤੋਂ? ਮਟਨ ਸਾਹਿਬ। ਮਟਨ ਸਾਹਿਬ ਤੋਂ। ਅੱਛਾ, ਮਤਲਬ ਅੱਗੇ ਗ੍ਰੈਜੂਏਸ਼ਨ ਦੇ ਲਈ ਜਾ ਰਹੇ ਹੋ ਜਾਂ? ਹਾਂਜੀ ਗ੍ਰੈਜੂਏਸ਼ਨ। ਤੇ ਕਿੰਨੀ ਖੁਸ਼ੀ ਹੈ? ਮੈਮ ਬਹੁਤ ਜ਼ਿਆਦਾ ਖੁਸ਼ੀ ਹੈ। ਬਹੁਤ ਖੁਸ਼ੀ ਹੈ ਔਰ ਵਧੀਆ, ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਚੰਗੇ ਭਵਿੱਖ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਕੀ ਨਾਮ ਹੈ ਆਪ ਜੀ ਦਾ? ਸੰਦੀਪ ਕੌਰ। ਜੀ, ਔਰ ਕਿਸ ਤਰ੍ਹਾਂ ਦੇ ਨਾਲ ਮਹਿਸੂਸ ਕਰ ਰਹੇ ਹੋ? ਤੁਹਾਨੂੰ ਇਹ ਇੰਨਾ ਵਧੀਆ ਬਹੁਤ ਤੋਹਫਾ ਚੰਗਾ ਮਿਲਿਆ? ਲੱਗ ਰਿਹਾ ਹੈ, ਬਹੁਤ ਚੰਗਾ। ਸਭ ਤੋਂ ਜ਼ਿਆਦਾ ਹੈ ਕਿ ਸਾਨੂੰ ਉੱਥੇ ਜਾ ਕੇ ਸਾਡੇ ਰਿਲੀਜਨ ਬਾਰੇ ਸਿੱਖਣ ਨੂੰ ਮਿਲੇਗਾ। ਹਾਂ, ਔਰ ਤੁਹਾਨੂੰ ਏਦਾਂ ਦਾ ਮਹਿਸੂਸ ਹੋ ਰਿਹਾ ਕਿ ਤੁਸੀਂ ਪੰਜਾਬ ਦੀ ਧਰਤੀ ਤੇ ਜਾ ਰਹੇ ਹੋ ਔਰ ਇੱਕ ਨਹੀਂ, ਮਤਲਬ ਜਿੱਦਾਂ ਇਹਨਾਂ ਨੇ ਕਿਹਾ ਕਿ ਨਾਲ ਮਾਰਸ਼ਲ ਆਰਟ ਦੇ ਨਾਲ ਨਾਲ ਤੁਹਾਨੂੰ ਗੁਰਬਾਣੀ ਇਹ ਦੀ ਮਹਿਸੂਸ ਸੰਥਿਆ तो ਵੀ ਦਿੱਤੀ पहले ਜਾਵੇਗੀ? जी मैनू पहले तो इधर नहीं लग रहा कि हम वहां जाएंगे, तो अब खुशी हो रही है कि हम वहां जा सकते हैं। ਹਾਂ, ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵੀਰ ਜੀ। ਬੱਚੀਆਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ, ਬੱਚੀਆਂ ਬਹੁਤ ਖੁਸ਼ ਨੇ। ਔਰ ਮੈਂ ਦੱਸ ਦਵਾਂ, ਇਕਬਾਣੀ ਚੈਨਲ ਤੇ ਤੁਸੀਂ ਲਾਈਵ ਸਾਰੇ ਦੇਖ ਰਹੇ ਹੋ, ਬੱਚੀਆਂ ਲਾਈਵ ਆਪਣੀ ਖੁਸ਼ੀ ਨੂੰ ਬਿਆਨ ਕਰ ਰਹੀਆਂ ਨੇ ਕਿ ਉਹਨਾਂ ਦੇ ਲਈ ਤਰਾਲ ਏਰੀਆ ਔਰ ਮਟਨ ਦੀ ਜਿੱਥੇ ਬੱਚੀ ਨੇ ਗੱਲ ਕੀਤੀ ਉਹ ਏਰੀਆਜ਼ ਤੇ ਜਿੱਥੇ ਜਿੱਥੇ ਬੱਚੀਆਂ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਸਾਨੂੰ ਇੰਨੀ ਵੱਡੀ ਓਪਰਚੁਨਿਟੀ ਮਿਲੇਗੀ। ਬੱਚੀਆਂ ਬਹੁਤ ਖੁਸ਼ ਨੇ ਔਰ ਅਸੀਂ ਬੱਚਿਆਂ ਦੇ ਔਰ ਮੈਂ ਵੀ ਇੱਕ ਮਤਲਬ ਕੁੜੀ ਹੋਣ ਦੇ ਨਾਤੇ ਇਸ ਚੀਜ਼ ਨੂੰ ਬਹੁਤ ਅੱਛੀ ਤਰ੍ਹਾਂ ਮਹਿਸੂਸ ਕਰ ਸਕਦੀ ਹੈ ਕਿ ਇੱਕ ਬੱਚੀ ਦੇ ਲਈ ਪੜ੍ਹਨਾ ਕਿੰਨਾ ਜ਼ਰੂਰੀ ਹੈ। ਔਰ ਇਸ ਸਮੇਂ ਉਹ ਬੱਚੀਆਂ ਕੀ ਸੋਚ ਰਹੀਆਂ ਹੋਣਗੀਆਂ ਕਿ ਹੁਣ ਸਾਨੂੰ ਫੀਲ ਹੋ ਰਿਹਾ ਕਿ ਸਾਡਾ ਅਗਲਾ ਭਵਿੱਖ ਹੈ ਜਿਹੜਾ ਸਿਕਿਉਰ ਹੈ, ਅਸੀਂ ਕੁਝ ਬਣਾਂਗੀਆਂ, ਕੁਝ ਪੜਾਂਗੀਆਂ। ਭੈਣ ਜੀ, ਤਰਾਲ ਚੋਂ ਜਿਸ ਤਰ੍ਹਾਂ ਤਕਰੀਬਨ 38 ਬੱਚੀਆਂ ਸਭ ਤੋਂ ਜ਼ਿਆਦਾ ਤਰਾਲ ਚੋਂ ਆਈਆਂ ਡਿਸਟ੍ਰਿਕਟ ਚੋਂ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਡਿਸਟਰਬ ਏਰੀਆ ਤੇ ਇਹ ਬੱਚੀਆਂ ਜਿਹੜਾ ਮੈਂ ਦੱਸਿਆ ਆਪ ਜੀ ਨੂੰ ਕਿ ਜਿਹੜੀਆਂ ਗੁਰਮਤਿ ਕਲਾਸਾਂ ਲਗਾਉਂਦੀਆਂ ਇਹ ਤਰਾਲ ਦੀ ਹੀ ਬੱਚੀਆਂ। ਸੋ ਅਸੀਂ ਸਮਾਗਮ 'ਚ ਵੀ ਉੱਤੇ ਕੀਰਤਨ ਕਰਨ ਲਈ ਗਏ ਤੇ ਸੰਗਤ ਬੜਾ ਪਿਆਰ ਸਤਿਕਾਰ ਦੇ ਨਾਲ ਸਾਹਿਬ ਦੀ ਬਾਣੀ ਨੂੰ ਉਹਨਾਂ ਨੇ ਸੁਣਿਆ। ਸੋ ਤਰਾਲ ਡਿਸਟ੍ਰਿਕਟ ਕਮੇਟੀ ਦੇ ਜਿਹੜੇ ਮੈਂਬਰਾਂ ਜਿਹੜੇ ਆਪ ਉਹਨਾਂ ਨੂੰ ਨਾਲ ਲੈ ਕੇ ਇੱਥੇ ਆਏ ਹੋਏ ਹਨ, ਉਹਨਾਂ ਦੇ ਵੀ ਆਪ ਜੀ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ जी। मैं डॉक्टर रवि सिंह, प्रेसिडेंट गुरुद्वारा प्रबंधक कमेटी डिस्ट्रिक्ट पुलवामा। जी 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 जी। आप जी ਨੂੰ ਜੀ ਆਪ ਜੀ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਹੈ ਕਿ ਆਪ ਜੀ ਦੀ ਤਰਾਲ ਏਰੀਆ ਦੀਆਂ ਬੱਚੀਆਂ ਚਾਹੇ ਡਿਸਟਰਬ ਏਰੀਆ ਨੇ ਲੇਕਿਨ ਫਿਰ ਵੀ ਸਿੱਖੀ ਦੇ ਨਾਲ, ਗੁਰਮਤ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ ਉੱਥੋਂ ਦੇ ਬੱਚੇ ਬੱਚੀਆਂ। ਔਰ ਇਸ ਦੇ ਲਈ ਵੀ ਆਪ ਜੀ ਨੂੰ ਅਸੀਂ ਵਧਾਈ ਵੀ ਦਿੰਦੇ ਹਾਂ। ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਸਮੇਂ? ਜਿਵੇਂ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਤਰਾਲ ਹੈ डिस्ट्रिक्ट पुलवामा, साढ़े 33 वरीजन सरदार हैं, काफी मेजॉरिटी सरदार हैं साडे। बच्चियां पढ़ी लिखी, काफी लोग पढ़े लिखे, चंगी चंगियां पदवियां ते हैं ते मगर अपने इस पासे असीं बड़े पिछे हैं ते मैनूं एजुकेशन दे पिछे तुहानूं पता जिहड़ी साड़ियां बच्चियां पढ़ लिख के बेचारियां इन्हां नूं नौकरी भी नहीं मिलदी, कुछ नहीं मिलदे। तां असीं तुहाडे बड़े शुक्रगुजार हैं कि जिहड़े साडे प्रचारक आए सन अंम੍ਰਿਤਸਰ साहब तो इन्हां माता साहिब कौर दे कॉलेज भी इन्हां बच्चियां वास्ते एडमिशन वास्ते साड़ियां बच्चियां बड़ियां एक्साइटेड, थोड़ियां नर्वस भी हैं कि पहली बारी घरों बाहर निकल के उत्थे जा रही हैं ते अपनी धर्म प्रचार दी लैंग्वेज भी मिलेगी, अपनी पंजाबी ते बाकी होर चीज़ां भी वास्ते असीं तुहाडे बहुत शुक्रगुजार हैं। ये साडे लिए बहुत खुशी दी गल है जी। वाहिगुरू जी का खालसा, वाहिगुरू जी का खालसा ते वाहिगुरू जी की फतेह। मैं गुरमीत सिंह जीपीसी मैंबर डिस्ट्रिक्ट पुलवामा ਦਾ ਤੁਹਾਡੇ ਨਾਲ ਰੂਬਰੂ ਹੋ ਰਿਹਾ ਕਿ ਸਾਨੂੰ ਜਿਹੜੀ ਇਹਨਾਂ ਨੇ ਵਿਦਿਆ ਦੇ ਬਾਰੇ ਦੱਸਿਆ ਕਿ ਬੱਚਿਆਂ ਨੂੰ ਉੱਥੇ ਲੈ ਕੇ ਜਾਣਾ ਮਾਤਾ ਸਾਹਿਬ ਕੋਲ ਕਾਲਜ, ਬਹੁਤ ਅਸੀਂ ਸ਼ਲਾਘਾਯੋਗ ਕਰਦੇ ਹਾਂ। ਖਾਸ ਕਰ ਐਸਜੀਪੀਸੀ ਅੰਮ੍ਰਿਤਸਰ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ। ਅੱਜ ਤੋਂ ਪਹਿਲੀ ਵਾਰ ਇਹ ਸਾਡੇ ਨਾਲ ਇਹ ਹੋਇਆ ਕਿ ਸਾਨੂੰ ਲੜਕੀਆਂ ਨੂੰ ਅਪਰਚੁਨਿਟੀ ਮਿਲੀ ਹੈ ਕਿ ਅਸੀਂ ਬੱਚੇ ਜਾਉਣ ਉੱਥੇ। ਜਿਹੜੀਆਂ ਬੱਚਿਆਂ ਨੂੰ ਗੁਰਮਤਿ ਵਿਦਿਆਲੇ ਸਾਡੇ ਤੇਤੀਆਂ ਬਣੇ ਵਿਦਿਆਲੇ ਚੱਲਦੇ ਨੇ, ਕੁਝ ਲੜਕੀਆਂ ਖੁਦ ਵਿਦਿਆਲਾ ਪੜ੍ਹਾਉਂਦੀਆਂ,
ਖੁਦ ਬੱਚਿਆਂ ਨੂੰ ਅਖੰਡ ਪਾਠੀ ਵੀ ਕੁਝ ਕੀਰਤੀ ਨਹੀਂ, ਮਗਰ ਸਾਡੀਆਂ ਬੱਚਿਆਂ ਨੂੰ ਗੱਤਕਾ ਨਹੀਂ ਆਉਂਦਾ, ਕੁਝ ਨਹੀਂ ਆਉਂਦਾ। ਜਿਹੜੇ ਬਾਕੀ ਨੂੰ ਜਿਹੜੀ ਸ਼ਲਾਘਾਯੋਗ ਅਸੀਂ GPC ਦਾ ਜਿਹੜੇ ਪ੍ਰਬੰਧ ਕਰਨ ਦਾ ਬੜਾ ਸ਼ਲਾਘਾਯੋਗ ਕਰਦੇ ਹਾਂ ਕਿ ਉਹਨੇ ਸਾਨੂੰ ਇਹ ਸਮਾਂ ਬਖਸ਼ਿਆ ਤੇ ਅਸੀਂ ਇਹ ਕੰਮ ਅੱਗੇ ਕੀਤਾ ਤੇ 38 ਬੱਚਿਆਂ ਨੂੰ ਅੱਗੇ ਕਰਕੇ ਅਸੀਂ ਅੱਗੇ ਨੂੰ ਤੋਰਿਆ। ਅਸੀਂ ਬਹੁਤ ਬਹੁਤ ਧੰਨਵਾਦ ਹਾਂ ਤੁਹਾਡਾ ਬਾਣੀ ਚੈਨਲ ਦਾ, ਜਿਹਨਾਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੇ ਨਾਲ ਰੂਬਰੂ ਹੋਏ। ਵਾਹਿਗੁਰੂ ਜੀ ਕਾ ਖਾਲਸਾ। ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਜੀ ਸਾਡੇ ਨਾਲ ਗੱਲ ਕਰ ਰਹੇ ਨੇ, ਇਸ ਸਮੇਂ ਜੁੜੇ ਹੋਏ ਨੇ। ਇਹ ਸਾਰਾ ਜਿਹੜਾ ਲਾਈਵ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਉੱਥੋਂ ਕਰ ਰਹੇ ਹਾਂ, ਸਰਦਾਰ ਜਗਤਾਰ ਸਿੰਘ ਜੀ, ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ। ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਪ ਜੀ ਦਾ। ਔਰ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਕੱਲ ਇੱਕ ਬਹੁਤ ਜਿਹੜਾ ਚਿੰਤਾਜਨਕ ਵਿਸ਼ਾ ਜਿਹੜਾ ਸਾਡੇ ਸਾਹਮਣੇ ਆਇਆ, ਤਾਂ ਬੱਚਿਆਂ ਨੂੰ 15 ਅਗਸਤ ਆਜ਼ਾਦੀ ਵਾਲੇ ਦਿਨ ਜਦੋਂ ਫਲੈਗ ਹੋਸਟਿੰਗ ਕੀਤੀ ਜਾਂਦੀ ਹੈ, ਤਿਰੰਗਾ ਲਹਿਰਾਇਆ ਜਾਂਦਾ, ਉਹਦੇ ਵਿੱਚ ਸਾਡੇ ਬੱਚਿਆਂ ਨੂੰ ਹੈ ਕਿ ਜਿਨ੍ਹਾਂ ਨੇ ਸ੍ਰੀ ਸਾਹਿਬ ਪਾਏ ਹੋਏ ਸੀ ਉਹਨਾਂ ਨੇ ਪ੍ਰੈਕਟਿਸ ਵੀ ਕੀਤੀ, ਲੇਕਿਨ ਉਹਨਾਂ ਨੂੰ ਅੰਦਰ ਐਂਟਰੀ ਨਹੀਂ ਦਿੱਤੀ ਗਈ, ਇਹ ਕਹਿ ਕੇ ਕਿ ਤੁਸੀਂ ਸ੍ਰੀ ਸਾਹਿਬ ਪਾਏ ਨੇ। ਤਾਂ ਕੀ ਮਹਿਸੂਸ ਕੀਤਾ ਜਾਵੇ ਕਿ ਹੁਣ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਆਪ ਨੂੰ ਕਿੱਦਾਂ ਦਾ ਮਹਿਸੂਸ ਕਰੀਏ? ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ? ਇਹ ਵੀ ਗੱਲ ਕਰਨੀ ਬਹੁਤ ਜ਼ਰੂਰੀ ਸੀ। ਭੈਣ ਜੀ ਬਹੁਤ ਧੰਨਵਾਦ ਆਪ ਜੀ ਦਾ, ਕਿਉਂਕਿ ਮੈਂ ਚਾਹ ਰਿਹਾ ਸੀ ਕਿ ਮੈਂ ਅਖੀਰ ਵਿੱਚ ਇਸ ਵਿਸ਼ੇ ਤੇ ਜ਼ਰੂਰ ਗੱਲ ਕਰਾਂ। ਜੀ, ਕਿ ਬੜਾ ਹੀ ਦੁੱਖ ਹੋਇਆ ਜਦੋਂ ਅਸੀਂ ਇਹ ਸਾਰੀ ਘਟਨਾ ਨੂੰ ਸੁਣਿਆ ਕਿ ਬੱਚੇ 20 ਦਿਨ ਉੱਤੇ ਜਾਂਦੇ ਰਹੇ, ਪ੍ਰੈਕਟਿਸ ਕਰਦੇ ਰਹੇ, ਪਰ ਇਹ ਉਹਨਾਂ ਨੂੰ ਇੱਕ ਕਾਰਨ ਬਣਾ ਦਿੱਤਾ ਗਿਆ ਕਿ ਸ੍ਰੀ ਸਾਹਿਬ ਪਾ ਕੇ ਉਹ ਅੰਦਰ ਨਹੀਂ ਆ ਸਕਦੇ। ਪਰ ਇਹ ਕਿੱਥੇ ਇੱਕ ਡੈਮੋਕ੍ਰੈਟਿਕ ਕੰਟਰੀ ਦਾ ਸਿਸਟਮ ਹੈ, ਅਸੀਂ ਇਸ ਨੂੰ ਕੀ ਕਵਾਂਗੇ, ਇਹਨਾਂ ਨੂੰ ਭੁੱਲ ਗਿਆ। ਕਿਉਂਕਿ ਮੈਂ ਤੇ ਇੱਕ ਪ੍ਰਚਾਰਕ ਹਾਂ, ਮੈਂ ਜਿਹੜੀ ਗੱਲ ਕਰਾਂਗਾ ਉਹ ਗੁਰਬਾਣੀ ਦੀ ਆਸ਼ਾ ਅਨੁਸਾਰ ਕਰਾਂਗਾ ਜੀ। ਕਿ ਜਿਸ ਸਥਾਨ ਤੇ ਅਸੀਂ ਬੈਠੇ ਹਾਂ ਕਸ਼ਮੀਰ, ਤੇ ਗੁਰੂ ਨਾਨਕ ਪਾਤਸ਼ਾਹ, ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਮਟਨ ਸਾਹਿਬ ਗਏ ਸੀ, ਇਹ ਸੰਗਤਾਂ ਵੀ ਧਿਆਨ ਨਾਲ ਸਰਵਣ ਕਰਨ, ਤੇ ਮਟਨ ਸਾਹਿਬ ਉਹ ਸਥਾਨ ਹੈ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਜਦੋਂ 15ਵੀਂ ਸਦੀ ਵਿੱਚ ਇੱਥੇ ਆਏ, ਤੇ ਉੱਥੇ ਪੰਡਿਤ ਬ੍ਰਹਮਦਾਸ, ਜਿਹੜਾ ਬਹੁਤ ਇੱਕ ਸਕਾਲਰ, ਇੱਕ ਵਿਦਵਾਨ ਪੰਡਿਤ ਮੰਨਿਆ ਜਾਂਦਾ ਸੀ, ਸਭ ਤੋਂ ਉੱਚ ਕੋਟੀ ਦਾ। ਤੇ ਜਦੋਂ ਉਸਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਇੱਥੇ ਆਏ ਹਨ, ਤੇ ਉਹ ਹੰਕਾਰੀ ਸੀ। ਗੁਰੂ ਨਾਨਕ ਸਾਹਿਬ ਬੈਠੇ ਆਪਣੀ ਬੰਦਗੀ ਕਰਦੇ ਸੀ। ਉਸ ਦਿਨ ਮੈਂ ਲਾਈਵ ਹੋ ਕੇ ਉਹ ਥੜਾ ਵੀ ਵਿਖਾਇਆ ਸੀ ਜਿਸ ਪਾਸੇ ਗੁਰੂ ਨਾਨਕ ਸਾਹਿਬ ਨੇ ਬਹਿ ਕੇ ਸਾਹਿਬ ਦੀ ਇਬਾਦਤ ਕੀਤੀ ਹੈ। ਤੇ ਜਦੋਂ ਉੱਥੇ ਉਹਨੇ ਆ ਕੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਜ਼ੋਰ ਦਿਖਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਧਾਰਮਿਕ ਗ੍ਰੰਥ ਕਿਤਾਬਾਂ ਕੱਢ ਕੇ ਰੱਖੀਆਂ ਅੱਗੇ, ਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਸਵਾਲ ਉਸਨੂੰ ਪੁੱਛਿਆ ਕਿ ਇਹ ਕਿਤਾਬਾਂ ਰੱਖੀਆਂ ਹੀ ਹਨ ਜਾਂ ਪੜ੍ਹੀਆਂ ਵੀ ਹਨ, ਤੇ ਜਾਂ ਇਹਨਾਂ ਨੂੰ ਅਮਲ ਵੀ ਕੀਤਾ ਹੈ? ਤੇ ਉੱਥੇ ਹੀ ਜਿਹੜੀ ਆਸਾ ਜੀ ਦੀ ਵਾਰ ਦਾ ਜਿਹੜਾ ਸ਼ਲੋਕ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੀੜੀ ਪਾਈ ਹੈ, ਪੜ ਪੜ ਗੜੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚਖਣਾ ਚਾਕ। ਇਹ ਸ਼ਲੋਕ ਜਿਹੜਾ ਗੁਰੂ ਸਾਹਿਬ ਦਾ ਉੱਥੇ ਉਚਾਰਨ ਕੀਤਾ ਸੀ, ਉਹ ਪੰਡਿਤ ਬ੍ਰਹਮਦਾਸ, ਕਿਉਂਕਿ ਗੁਰੂ ਸਾਹਿਬ ਜਿਹੜੇ ਅੱਜ ਅਸੀਂ ਕਹੀ ਜਾਂਦੇ ਹਾਂ, ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਗੁਰੂ ਨੂੰ ਇੱਕ ਆਮ ਵਿਅਕਤੀ ਸਮਝਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਇਹ ਨਹੀਂ ਕਰ ਸਕਦਾ, ਗੁਰੂ ਉਹ ਨਹੀਂ ਕਰ ਸਕਦਾ। ਇੱਥੇ ਤਾਂ ਗੁਰੂ ਨਾਨਕ ਸਾਹਿਬ ਜਿਹੜੇ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਹੈ। ਸੋ ਗੁਰੂ ਸਾਹਿਬ ਆਪ ਨਿਰੰਕਾਰ ਸਰੂਪ ਸਨ। ਤੇ ਜਦੋਂ ਪੰਡਿਤ ਬ੍ਰਹਮਦਾਸ ਦਾ ਹੰਕਾਰ ਟੁੱਟਿਆ, ਉਹ ਐਸਾ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਕਿ ਉਸਨੇ ਫਿਰ ਅੱਗੇ ਗੁਰੂ ਸਾਹਿਬ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਤੇ ਜਦੋਂ 9ਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਆਏ, ਕਿਉਂਕਿ ਜਿਹੜਾ ਸਵਾਲ ਤੁਸੀਂ 15 ਅਗਸਤ ਦਾ ਕੀਤਾ, ਮੈਂ ਉੱਥੇ ਲਿਆਵਾਂਗਾ ਵਾਪਸ ਆਪਣੇ ਇਸ ਟੌਪਿਕ ਨੂੰ, ਕਿ ਜਦੋਂ ਗੁਰੂ ਸਾਹਿਬ ਕੋਲ ਇੱਥੋਂ ਦਾ ਹੀ ਕਸ਼ਮੀਰ ਦੇ ਪੰਡਿਤ, ਜਿਹੜੇ ਉਸ ਟਾਈਮ ਪੂਰੇ ਹਿੰਦੁਸਤਾਨ ਦੇ ਸਭ ਤੋਂ ਇੰਟੈਲੀਜੈਂਟ ਜਿਹੜੇ ਪੰਡਿਤ, ਜਿਹੜੇ ਆਪਣੇ ਧਰਮ ਤੇ ਪਰਪੱਕ ਸਨ, ਉਹ ਕਸ਼ਮੀਰ ਦੇ ਮੰਨੇ ਜਾਂਦੇ ਸਨ। ਤੇ 500 ਦੇ ਕਰੀਬ ਤਕਰੀਬਨ ਕਸ਼ਮੀਰੀ ਪੰਡਤਾਂ ਦਾ ਇੱਕ ਡੈਲੀਗੇਸ਼ਨ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਪਹੁੰਚਿਆ ਕਿ ਉਹਨਾਂ ਦਾ ਧਰਮ ਖਤਰੇ 'ਚ ਹੈ, ਤੇ ਉਦੋਂ ਗੁਰੂ ਸਾਹਿਬ ਨੇ, ਆਪ ਜੀ ਇਤਿਹਾਸ ਤੋਂ ਜਾਣੂ ਹੋ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਸ ਕਾਰਨ ਕਰਕੇ ਹੋਈ, ਦੂਸਰੇ ਧਰਮ ਦੀ ਰੱਖਿਆ ਕਰਕੇ। ਬਾਅਦ ਵਿੱਚ ਜਦੋਂ ਕਿਰਪਾ ਰਾਮ ਦਾ ਜਿਹੜਾ ਉੱਥੋਂ ਆਇਆ ਸੀ, ਉਹਨਾਂ ਪੰਡਤਾਂ ਦਾ ਮੁਖੀ ਬਣ ਕੇ ਉਹ ਬਾਅਦ ਵਿੱਚ ਭਾਈ ਕਿਰਪਾਲ ਸਿੰਘ ਬਣਿਆ। ਤੇ ਜੰਮੂ ਕਸ਼ਮੀਰ ਦੇ ਇਤਿਹਾਸ ਵਿੱਚ ਜਦੋਂ ਮੁਕਤਸਰ ਦੀ ਜੰਗ ਹੋਈ, ਉਸ ਮੁਕਤਸਰ ਦੀ ਜੰਗ ਵਿੱਚ ਉਸ ਭਾਈ ਕਿਰਪਾਲ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਜੀ। ਸੋ ਇਸ ਕਰਕੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਬੜਾ ਵੱਡਾ ਇਤਿਹਾਸ ਛਪਿਆ ਹੈ। ਤੇ ਇਹ ਗੱਲ ਵੇਖੀ ਜਾਵੇ ਕਿ ਜਿਹੜਾ ਕਸ਼ਮੀਰੀ ਪੰਡਤਾਂ ਦਾ ਡੈਲੀਗੇਸ਼ਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਆ ਰਿਹਾ ਹੈ, ਕਿਉਂਕਿ ਇਤਿਹਾਸ ਤੇ ਮੌਜੂਦ ਹੈ ਸਾਰਾ, ਤੇ ਉਹ ਗੁਰੂ ਸਾਹਿਬ ਦੂਜੇ ਧਰਮਾਂ ਦੀ ਰਾਖੀ ਲਈ ਆਪਣੇ ਆਪ ਨੂੰ ਜਿਹੜਾ ਉਹਨਾਂ ਨੇ ਸ਼ਹਾਦਤ ਦਿੱਤੀ, ਉੱਥੇ ਨਾਲ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਤੇ ਉਸ ਤੋਂ ਬਾਅਦ ਉਹ ਸ਼ਰਨ ਵਿੱਚ ਆ ਕੇ ਭਾਈ ਕਿਰਪਾਲ ਸਿੰਘ
ਦਸਮ ਪਾਤਸ਼ਾਹ ਦੇ ਸਮੇਂ ਮੁਕਤਸਰ ਦੀ ਜੰਗ ਵੀ ਸ਼ਹੀਦੀ ਹਾਸਲ ਕਰਦਾ ਹੈ, ਚਮਕੌਰ ਦੀ ਜੰਗ ਵੀ ਸਾਰੀ ਖਿਮਾ ਮੰਗਦਾ ਜੀ। ਸੋ ਉਸ ਸਮੇਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਸ ਦੇਸ਼ ਦੇ ਲਈ 1947 ਵਿੱਚ ਜਿਹੜੀਆਂ ਸਾਡੀਆਂ ਕੁਰਬਾਨੀਆਂ, ਉਸ ਵਿੱਚ 90% ਜਿਹੜੀਆਂ ਕੁਰਬਾਨੀਆਂ ਸਿੱਖ ਧਰਮ ਦੀਆਂ। ਅਸੀਂ ਇਸ ਗੱਲ ਦਾ ਮਾਣ ਕਰਦੇ ਹਾਂ ਕਿ ਅਸੀਂ ਉਸ ਕੌਮ ਚੋਂ ਆ ਕਿ ਜਿਹੜੀ ਕੌਮ ਦੇ ਗੁਰੂ ਸਾਹਿਬ ਸਾਨੂੰ ਉਪਦੇਸ਼ ਦਿੰਦੇ ਆ, ਨਾ ਭੈ ਕਾਹੂ ਕੋ ਦੇਤਨਾ ਨੈ ਪੈ ਮਾਨਤ ਆਨ, ਨਾ ਤੇ ਅਸੀਂ ਕਿਸੇ ਕੋਲ ਡਰਾਉਂਦੇ ਆ ਤੇ ਨਾ ਕਿਸੇ ਕੋਲ ਡਰਦੇ ਆ। ਦਸਮ ਪਾਤਸ਼ਾਹ ਨੇ ਅਗਰ ਸਾਨੂੰ ਸ੍ਰੀ ਸਾਹਿਬ ਦਾ ਸਿਧਾਂਤ ਦਿੱਤਾ ਹੈ, ਜਿਹੜੀ ਅਸੀਂ 5 ਕਕਾਰੀ ਵਰਦੀ ਵਿੱਚ ਸਾਡੀ ਕਿਰਪਾਨ, ਜਿਸ ਨੂੰ ਅਸੀਂ ਸ੍ਰੀ ਸਾਹਿਬ ਕਹਿੰਦੇ ਆ, ਕਿ ਉਹ ਇਸ ਲਈ ਹੈ ਕਿ ਕਿਤੇ ਵੀ ਔਖੇ ਵੇਲੇ ਵਿੱਚ ਜ਼ੁਲਮ ਹੁੰਦਾ ਹੋਵੇ ਇਨਸਾਨੀਅਤ ਦੇ ਉੱਪਰ, ਉਸ ਸਮੇਂ ਅਸੀਂ ਉਸ ਦੀ ਵਰਤੋਂ ਕਰਕੇ ਜ਼ੁਲਮ ਨੂੰ ਰੋਕਣਾ ਹੈ, ਨਾ ਕਿ ਨਿਹੱਥਿਆਂ ਤੇ ਜ਼ੁਲਮ ਕਰਨਾ ਹੈ। ਸੋ ਅੱਜ ਸ੍ਰੀ ਸਾਹਿਬ ਦੀ ਗੱਲ ਜਿੱਥੇ ਕੀਤੀ ਗਈ ਹੈ, ਫਿਰ ਇਹ ਸਾਰਾ ਇਤਿਹਾਸ ਅੱਜ ਸਾਨੂੰ ਇਹ ਫਿਰ ਕਹਿੰਦੇ ਹਨ ਕਿ ਅਸੀਂ ਦੇਸ਼ ਵਿਰੋਧੀ ਬੋਲਦੇ ਹਾਂ, ਅਸੀਂ ਕਿਸੇ ਕੌਮ ਦੇ ਵਿਰੋਧੀ ਬੋਲਦੇ ਹਾਂ। ਨਾ ਤਾਂ ਅਸੀਂ ਕਿਸੇ ਦੇਸ਼ ਦੇ ਵਿਰੋਧੀ ਹਾਂ, ਨਾ ਤੇ ਅਸੀਂ ਕਿਸੇ ਕੌਮ ਦੇ ਵਿਰੋਧੀ ਹਾਂ, ਕਿਉਂਕਿ ਜਿੱਥੇ ਸਾਡਾ ਗੁਰੂ ਦੂਜੀ ਕੌਮਾਂ ਨੂੰ ਆਪਣਾ ਆਪ ਕੁਰਬਾਨ ਕਰ ਗਿਆ, ਤੇ ਉੱਥੇ ਅਸੀਂ ਕਿਸੇ ਕੌਮ ਦੇ ਨਾਲ ਵਿਰੋਧੀ ਕਿਸ ਤਰ੍ਹਾਂ? ਹਾਂ, ਵਿਚਾਰਾਂ ਦੇ ਵਿਰੋਧੀ ਅਸੀਂ ਹਾਂ, ਸਿਧਾਂਤਕ ਤੌਰ ਤੇ ਅਸੀਂ ਵਿਰੋਧੀ ਹਾਂ। ਗੁਰੂ ਨਾਨਕ ਸਾਹਿਬ ਵੀ ਉਸ ਸਮੇਂ ਹਿੰਦੂ ਧਰਮ ਨੂੰ ਉਹਨਾਂ ਨੇ ਕੋਈ ਵੀ ਅਪਸ਼ਬਦ ਨਹੀਂ ਬੋਲੇ। ਹਿੰਦੂ ਧਰਮ ਦੇ ਅੰਦਰ ਜਿਹੜੇ ਪ੍ਰਮਾਤਮਾ ਨੂੰ ਮਿਲਣ ਦੇ ਉਸ ਸਮੇਂ ਦੇ ਕਰਮ ਕਾਂਡ ਸਨ, ਉਹਨਾਂ ਦੀ ਹਮੇਸ਼ਾ ਹੀ ਗੁਰੂ ਸਾਹਿਬ ਨੇ ਨਿਖੇਧੀ ਕੀਤੀ। ਅੱਜ ਅਸੀਂ ਇਹ ਗੱਲ ਬੜੀ ਹੀ ਮੰਦਭਾਗੀ ਘਟਨਾ ਜੰਮੂ ਕਸ਼ਮੀਰ ਦੇ ਅੰਦਰ, ਅੱਜ ਕਸ਼ਮੀਰ ਦੀ ਧਰਤੀ ਤੇ ਮੈਂ ਬੈਠਾ, ਅੱਜ ਅਗਰ ਇੱਥੋਂ ਇਹ ਸਾਰਾ ਸਿੱਖ ਅਗਰ ਇੱਥੋਂ ਕੂਚ ਕਰ ਜਾਵੇ, ਤੇ ਫਿਰ ਮੈਨੂੰ ਇਹ ਪੁੱਛਣਾ ਚਾਹੁੰਦਾ ਸਰਕਾਰ ਕੋਲੋਂ ਕਿ ਤੁਹਾਡੇ ਕੋਲ ਤੁਸੀਂ ਅੱਜ ਤੱਕ ਬੜੀ ਹੀ ਆਪਣੇ ਵੱਲੋਂ ਜਦੋਜਹਿਦ ਕੀਤੀ ਹੈ ਕਿ ਇਸ ਕਸ਼ਮੀਰ ਨੂੰ ਅਸੀਂ ਸੇਫ ਰੱਖੀਏ। ਇਹ ਸਿੱਖ ਬੈਠਾ ਹੈ ਸਾਡਾ, ਤੇ ਕਸ਼ਮੀਰ ਕਿਹਾ ਜਾਂਦਾ ਹੈ, ਇਸ ਦੀ ਅਖੰਡਤਾ ਜਿਹੜੀ ਕਾਇਮ ਹੈ। ਅਗਰ ਸਿੱਖ ਇੱਥੋਂ ਨਿਕਲ ਜਾਵੇਗਾ ਤੇ ਫਿਰ ਤੁਸੀਂ ਇਸ ਨੂੰ ਕੀ ਨਾਮ ਦਿਓਗੇ, ਤੁਸੀਂ ਜਾਣਦੇ ਹੋ, ਕਿਉਂਕਿ ਸਾਨੂੰ ਦੁੱਖ ਹੈ, ਸਾਨੂੰ ਤਕਲੀਫ ਹੈ। ਮੈਂ ਕੀਰਤਨੀਆ ਹਾਂ, ਮੈਂ ਪ੍ਰਚਾਰਕ ਹਾਂ, ਮੈਨੂੰ ਮੇਰੇ ਵਾਸਤੇ ਸਾਰੇ ਧਰਮ, ਕਿਉਂਕਿ ਸਾਹਿਬ ਦੀ ਬਾਣੀ ਕਹਿੰਦੀ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਸਭ ਮੰਦੇ। ਅਸੀਂ ਤੇ ਇਹ ਤੇ ਸ਼ਰਾਰਤੀ ਲੋਕਾਂ ਦੀ, ਉਹਨਾਂ ਸਿਆਸੀ ਲੋਕਾਂ ਦੀ ਜਿਹੜੀ ਭਾਵਨਾ ਬਣੀ ਹੈ, ਉਹ ਸਾਨੂੰ ਹਿੰਦੂ ਬਣਾ ਕੇ, ਸਿੱਖ ਬਣਾ ਕੇ, ਮੁਸਲਮਾਨ ਬਣਾ ਕੇ ਆਪਸੀ ਲੜਾਉਂਦੇ ਹਨ। ਪਰ ਸਭ ਤੋਂ ਪਹਿਲੇ ਅਸੀਂ ਉਸ ਪ੍ਰਮਾਤਮਾ ਦੀ ਬਣਾਈ ਜਿਹੜੀ ਜੋਤ ਹੈ, ਅਸੀਂ ਮਜਹਬ ਸਾਡੇ ਸੰਸਾਰ ਵਿੱਚ ਆ ਕੇ ਬਣਦੇ ਹਨ, ਪਰ ਇੱਕੋ ਫਾਈਨਲ ਡੈਸਟੀਨੇਸ਼ਨ ਉਹੀ ਉਸਦੇ ਬੇਅੰਤ ਰੂਪ ਹਨ। ਸੋ ਇਹ ਜਿਹੜੀ 15 ਅਗਸਤ ਨੂੰ ਗੱਲ ਹੋਈ ਹੈ, ਮੈਂ ਤਾਂ ਥੋੜਾ ਜਿਹਾ ਇਤਿਹਾਸ ਜੁੜਿਆ ਹੈ ਕਿ ਸਾਡੇ ਹਿਰਦੇ ਵਲੂੰਦਰੇ ਗਏ ਹਨ। ਔਰ ਜੰਮੂ ਦੇ ਅੰਦਰ ਜਿੱਥੇ ਸਿੱਖਾਂ ਦੀ ਇੰਨੀ ਕੰਟਰੀਬਿਊਸ਼ਨ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਇੱਥੇ ਹਰੀ ਸਿੰਘ ਨਲੂਆ ਜਿਹੜਾ ਗਵਰਨਰ ਇੱਥੇ ਰਿਹਾ, ਅੱਜ ਸਿੱਖਾਂ ਦੀ ਗੱਲ ਕਰੀਏ, ਪੰਜਾਬੀ ਸਾਡੇ ਕੋਲ ਇਹਨਾਂ ਨੇ ਖੋਈ, ਤੇ ਜਿੱਥੇ ਅੱਜ ਤੁਸੀਂ ਅਗਰ ਸਰਵੇ ਕੀਤਾ ਜਾਵੇ ਤੇ 70% ਜਿਹੜਾ ਸਾਡਾ 70 ਤੋਂ 80% ਜਿਹੜਾ ਤੇ ਸਾਰੇ ਭਰਾ ਪੰਜਾਬੀ ਬੋਲ ਲੈਂਦੇ ਹਨ। ਸੋ ਧੱਕੇ ਤੇ ਧੱਕੇ ਤਾਂ ਹੋ ਰਹੇ ਹਨ, ਪਰ ਇਹ ਇੱਕ ਗੱਲ ਬੱਚਿਆਂ ਨੂੰ ਲੈ ਕੇ ਕਿ ਅਸੀਂ ਮਤਲਬ ਕਿ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਇੱਕ ਤੇ ਮੈਂ ਸਮਝਦਾ ਕਿ ਉਹਨੂੰ ਡੀਮੋਰਲਾਈਜ਼ਡ ਕੀਤਾ ਗਿਆ। ਉਸ ਤੋਂ ਬਾਅਦ ਉਹ ਜ਼ਰੂਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ 20 ਦਿਨ ਅਗਰ ਉਹਨਾਂ ਨੂੰ ਸਕੂਲਾਂ ਦੇ ਅੰਦਰ ਪ੍ਰੈਕਟਿਸ ਕਰਵਾਏਗੀ, ਕਿਆ ਉਸ ਵਿੱਚ ਕੋਈ ਗਾਈਡਲਾਈਨਸ ਨਹੀਂ ਆਈਆਂ? ਉਹਨਾਂ ਨੂੰ ਐਨ ਮੌਕੇ ਤੇ ਜਾ ਕੇ ਉੱਥੇ ਬੱਚਿਆਂ ਨੂੰ ਹਰਾਸ ਕੀਤਾ ਗਿਆ। ਉਸ ਤੋਂ ਬਾਅਦ ਇਹ ਕਿਹਾ ਗਿਆ ਤੁਸੀਂ ਸ੍ਰੀ ਸਾਹਿਬ ਆ ਕੇ ਅੰਦਰ ਨਹੀਂ ਆ ਸਕਦੇ। ਇਹ ਮੈਂ ਸਮਝਦਾ ਕਿ ਬੜਾ ਮਾਰੂ ਹਮਲਾ ਹੈ ਸਾਡੇ ਤੇ, ਔਰ ਇਹ ਸ਼ੁਰੂਆਤ ਹੈ, ਇੱਕ ਚੈਲੰਜ ਹੈ ਸਾਡੇ ਲਈ, ਕਿਉਂਕਿ ਇਹ ਕਕਾਰੀ ਵਰਦੀ, ਇਸ ਸਿੱਖੀ ਪਿੱਛੇ ਸਾਡੀਆਂ ਮਾਵਾਂ ਅੱਜ ਜਿਨ੍ਹਾਂ ਧੀਆਂ ਦੀ ਅੱਜ ਕਾਉਂਸਲਿੰਗ ਹੋ ਰਹੀ ਹੈ ਨਾ, ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਇਤਿਹਾਸ ਵਿੱਚ ਉਹ ਮਾਵਾਂ ਹੋਈਆਂ ਜਿਨ੍ਹਾਂ ਦੇ 4-4 ਸਾਲ ਦੇ ਬੱਚਿਆਂ ਦੇ ਟੋਟੇ ਕੀਤੇ ਹਾਰ ਉਹਨਾਂ ਦੇ ਗਲਾਂ 'ਚ ਪਵਾਏ ਗਏ, ਪਰ ਉਹ ਸਿੱਖੀ ਸਿੱਧ ਤੋਂ ਨਹੀਂ ਡੋਲੀਆਂ। ਇਹ ਭੁਲੇਖਾ ਇਹਨਾਂ ਨੂੰ ਹੋਵੇਗਾ ਕਿ ਕਿਤੇ ਸਕੂਲ ਦੀ ਇੱਕ ਪਰੇਡ ਵਿੱਚ ਤੁਸੀਂ ਸਾਡੇ ਬੱਚਿਆਂ ਦੀ ਸ੍ਰੀ ਸਾਹਿਬ, ਹਾਂ ਮੈਂ ਸਮਝਦਾ ਕਿ ਤੁਹਾਡੀ ਇਸ ਕਰਤੂਤ ਦੇ ਨਾਲ ਅਸੀਂ ਉਨੇ ਹੋਰ ਦ੍ਰਿੜ ਹੋ ਰਹੇ ਹਾਂ। ਜਿਹੜੇ ਸਾਡੇ, ਮੈਂ ਵੀਰਾਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਦੇ ਬੱਚੇ 10-12 ਸਾਲ ਦੇ ਹੋ ਗਏ ਹਨ, ਆਪ ਕੇਸੀ ਇਸ਼ਨਾਨ 12-13 ਸਾਲ ਦੇ ਕੇਸੀ ਇਸ਼ਨਾਨ ਕਰ ਲੈਂਦੇ ਹਨ। ਅਗਰ ਪੰਜਾਬੀ ਉਹਨਾਂ ਨੂੰ ਨਹੀਂ ਆਉਂਦੀ, ਪੰਜਾਬੀ ਪੜ੍ਹਾਓ ਤਾਂ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਦਸਮ ਪਾਤਸ਼ਾਹ ਦੇ ਸਕੂਲ ਵਿੱਚ ਦਾਖਲਾ ਦਿਵਾਓ, ਉਹਨਾਂ ਨੂੰ ਅੰਮ੍ਰਿਤ ਵਾਲੇ ਬਣਾਓ ਤਾਂ ਕਿ ਉਹਨਾਂ ਨੂੰ ਕਕਾਰੀ ਵਰਦੀ ਉਹ ਪਹਿਨ ਸਕਣ। ਬਾਕੀ ਬੜਾ ਹੀ ਦੁੱਖ ਹੋਇਆ ਹੈ, ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ, ਮੇਰੀ ਕੋਈ ਸਿਆਸੀ ਪਾਰਟੀ ਨਹੀਂ, ਨਾ ਮੈਂ ਕਿਸੇ ਧੜੇ ਨਾਲ, ਮੇਰਾ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਮੈਂ ਪੂਰੀ ਜ਼ਿੰਦਗੀ ਕੀਰਤਨੀਆ, ਪਹਿਲੇ ਵੀ ਸੀ 20 ਸਾਲ ਤੋਂ, ਤੇ ਮੈਂ ਅਖੀਰ ਦਮ ਤੱਕ ਮੈਂ ਕੀਰਤਨੀਆ ਰਹਿਣਾ ਹੈ। ਪਰ ਇੱਕ ਗੱਲ ਜ਼ਰੂਰ ਹੈ, ਕੁਝ ਵਾਕਿਆ ਐਸੇ ਵੱਡੇ ਵਾਪਰਦੇ ਹਨ ਜਿਨ੍ਹਾਂ ਵਿੱਚ ਅਸੀਂ ਮਜਬੂਰ ਹੁੰਦੇ ਹਾਂ, ਨਹੀਂ ਤਾਂ ਅਸੀਂ ਸਟੇਜਾਂ ਤੋਂ ਬੈਠ ਕੇ ਬੋਲਦੇ ਹਾਂ। ਕਿਉਂਕਿ ਰੋਜ਼ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਅਸੀਂ ਦਲੀਲ ਦਿੰਦੇ ਹਾਂ, ਪਰ ਅੱਜ ਮੈਂ ਇਹ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਹੈ, ਇਹ ਸਾਡੇ ਮਨ ਦੇ ਅੰਦਰ ਰੋਸ ਹੈ। ਅਸੀਂ ਕਿਉਂਕਿ ਇਸ ਦੀ ਮੈਂ ਹਾਲੇ ਤੱਕ ਗੱਲ ਕੋਈ ਕਰ ਨਹੀਂ ਸਕਿਆ, ਕਿਉਂਕਿ ਅਸੀਂ 2-3 ਦਿਨਾਂ ਤੋਂ ਬੱਚਿਆਂ ਦੀ ਕਾਉਂਸਲਿੰਗ ਵਿੱਚ ਬਿਜ਼ੀ ਸੀ। ਮੈਂ ਸਾਰੇ ਆਪਣੇ ਪੰਥਕ ਆਗੂਆਂ ਨੂੰ ਬੇਨਤੀ ਕਰਾਂਗਾ, ਭਾਵੇਂ ਉਹ ਸਟੇਟ ਗੁਰਦੁਆਰਾ ਪ੍ਰਬੰਧਕ ਬੋਰਡ ਜੰਮੂ ਕਸ਼ਮੀਰ ਹੈ, ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਸ ਤੋਂ ਬਾਅਦ ਹੋਰ ਸਾਡੀਆਂ ਸੰਸਥਾਵਾਂ, ਸ਼੍ਰੋਮਣੀ ਡੇਰਾ ਨਿਰੰਕਾਰੀ ਸਾਹਿਬ ਮਨਜੀਤ ਸਿੰਘ ਜੀ ਹਨ,
ਅੱਜ ਦੀ ਜਿਹੜੀ ਕਾਉਂਸਲਿੰਗ ਹੈ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਕਿ ਜਦੋਂ ਜੰਮੂ ਦੇ ਅੰਦਰ ਪਹਿਲੀ ਵਾਰ ਟੀਮ ਆਈ ਸੀ ਉਹਨਾਂ ਨੇ ਆਪਣੀ ਚਿੱਠੀਆਂ ਕੱਢ ਕੇ ਸੰਗਤਾਂ ਨੂੰ ਜਾਣੂ ਕਰਵਾਇਆ ਸੀ। ਇਸ ਕਾਉਂਸਲਿੰਗ ਵਿੱਚ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ। ਪਰ ਇਸ ਸ੍ਰੀ ਸਾਹਿਬ ਦੇ ਮਸਲੇ ਨੂੰ ਲੈ ਕੇ ਮੇਰੀ ਬੇਨਤੀ ਹੈ ਕਿ ਇਕੱਠੇ ਹੋ ਕੇ ਕੋਈ ਰਣਨੀਤੀ ਤੈਅ ਕਰੋ ਤਾਂ ਕਿ ਅੱਜ ਤੋਂ ਬਾਅਦ ਐਸਾ ਜਿਹੜਾ ਸਾਡੇ ਖਿਲਾਫ ਮਤਲਬ ਕਿ ਕੋਈ ਸਟੈਪ ਨਾ ਚੁੱਕਿਆ ਜਾ ਸਕੇ। ਇਹ ਕੋਈ ਕਦਮ ਚੁੱਕਣ ਤੋਂ ਪਹਿਲੇ ਸੋਚਣ ਕਿ ਅਸੀਂ ਕਿਹੜਾ ਕੰਮ ਕਰਨ ਜਾ ਰਹੇ ਹਾਂ ਤੇ ਇਸ ਦਾ ਸਾਨੂੰ ਅੰਜਾਮ ਕੀ ਹੋਣਾ ਹੈ। ਮੇਰੀ ਜਿੱਥੇ ਵੀ ਸੇਵਾ ਲੱਗੇਗੀ ਨੌਜਵਾਨ ਵੀਰਾਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਕਿਉਂਕਿ ਹਮੇਸ਼ਾ ਉਹ ਜੁਝਾਰੂ ਔਰ ਤਤਪਰ ਰਹਿੰਦੇ ਆ ਇਹਨਾਂ ਮੁੱਦਿਆਂ ਤੇ ਬੋਲਣ ਲਈ। ਬੇਨਤੀ ਕਰਾਂਗਾ ਕਿ ਮੇਰੀ ਜਿੱਥੇ ਸੇਵਾ ਤੁਸੀਂ ਲਗਾਓਗੇ ਕਿ ਜਿੱਥੇ ਵੀ ਕੋਈ ਮੀਟਿੰਗ ਤੁਸੀਂ ਆਰਗੇਨਾਈਜ਼ ਕਰਦੇ ਹੋ ਜਾਂ ਇਸ ਦੇ ਲਈ ਕੋਈ ਸਟੈਪ ਉਠਾਉਣਾ ਹੈ ਕਿ ਐਡਮਿਨਿਸਟ੍ਰੇਸ਼ਨ ਦੇ ਅੰਦਰ ਕਿਹੜੀ ਐਸੀ ਮਜਬੂਰੀ ਬਣ ਗਈ ਉੱਥੇ ਸਿਕਿਉਰਿਟੀ ਰੀਜ਼ਨ ਨਾਲ ਕਿ ਉਹਨਾਂ ਨੂੰ ਸ੍ਰੀ ਸਾਹਿਬ ਉਤਾਰ ਦਿੱਤਾ ਗਿਆ, ਬਹੁਤ ਵੱਡਾ ਹਮਲਾ ਹੈ। ਸੋ ਮੈਂ ਇਸ ਦੀ ਪੂਰੀ ਨਿੰਦਾ ਕਰਦਾ, ਨਿਖੇਧੀ ਕਰਦਾ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਾ ਕਿ ਸਾਨੂੰ ਇਹਨਾਂ ਮਾਰੂ ਹਮਲਿਆਂ ਤੋਂ ਸਾਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਮੈਂ ਮਾਵਾਂ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਬੱਚਿਆਂ ਦਾ ਲਾਡ ਲਡਾਣਾ ਤੁਸੀਂ ਥੋੜਾ ਜਿਹਾ ਘੱਟ ਕਰੋ। ਬੱਚਾ ਸਿਰਫ 6 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ ਹੀ ਤੁਹਾਡੇ ਹੱਥ 'ਚ ਰਹਿ ਸਕਦਾ ਜੇ, ਕਿਉਂਕਿ ਉਸ ਟਾਈਮ ਉਸਦਾ ਸਮਾਂ ਖਾਲੀ ਭਾਂਡੇ ਦੀ ਤਰ੍ਹਾਂ ਹੁੰਦਾ ਹੈ। ਖਾਲੀ ਭਾਂਡੇ ਵਿੱਚ ਇੱਕੋ ਚੀਜ਼ ਪੈਂਦੀ ਹੈ। ਸੋ ਬਾਅਦ ਹੀ ਤੁਸੀਂ ਕਹੋ ਕਿ ਜਦੋਂ 13-14 ਸਾਲ ਦਾ ਉਹਨੂੰ ਦੁਨਿਆਵੀ ਵਿਕਾਰੀ ਹਵਾ ਲੱਗ ਗਈ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਜੀ ਬੱਚੇ ਹੁਣ ਅਸੀਂ ਚੰਗੇ ਪਾਸੇ ਤੋਰੀਏ, ਨਹੀਂ ਜੇ ਤੁਰ ਸਕਦੇ। 6 ਸਾਲ ਤੋਂ 12 ਸਾਲ ਤੱਕ ਠੰਡ ਕਰ ਲਓ ਕਿ ਬੱਚਿਆਂ ਨੂੰ ਭਾਵੇਂ ਇੱਕ ਪ੍ਰਚਾਰਕ ਇੱਕ ਕੋਈ ਵੀ ਤੁਸੀਂ ਟੀਚਰ ਘਰ ਜਿੰਨੇ ਇੱਥੇ ਇੰਨੀਆਂ ਵੱਡੀਆਂ ਕਿਤਾਬਾਂ ਤੁਸੀਂ ਬੱਚਿਆਂ ਨੂੰ ਇੰਨੇ ਖਰਚੇ ਤੁਸੀਂ ਸਕੂਲਾਂ 'ਚ ਕਰ ਰਹੇ ਹੋ, ਇੱਕ ਧਾਰਮਿਕ ਟੀਚਰ ਜ਼ਰੂਰ ਬੱਚੇ ਨੂੰ ਹਫ਼ਤੇ ਦੀ ਇੱਕ ਕਲਾਸ ਹੀ ਆਪਣੇ ਘਰ 'ਚ ਜ਼ਰੂਰ ਰੱਖੋ ਤਾਂ ਕਿ ਜਿੱਥੇ ਬੱਚਾ ਦੁਨਿਆਵੀ ਵਿਦਿਆ ਹਾਸਲ ਕਰੇ ਉੱਥੇ ਧਾਰਮਿਕ ਤੌਰ ਤੇ ਵੀ ਆਪਣੇ ਧਰਮ ਦਾ ਪਰਪੱਕ ਹੋ ਸਕੇ। ਤਾਂ ਹੀ ਉਹ ਮਾਂ ਮੈਂ ਸਮਝਦਾ ਆਪਣਾ ਫਰਜ਼ ਨਿਭਾ ਸਕਦੀ ਹੈ। ਇਨ ਬੱਚੀਆਂ ਦੇ ਨਾਲ ਵੀ ਬਾਬਾ ਬੁੱਧ ਸਿੰਘ ਜੀ ਨੇ ਕਾਉਂਸਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਇਹੀ ਵਿਚਾਰਾਂ ਕੀਤੀਆਂ ਔਰ ਮੈਨੂੰ ਉਮੀਦ ਹੈ ਇਹਨਾਂ ਆਪਣੀਆਂ ਭੈਣਾਂ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰ ਇਹਨਾਂ ਨੂੰ ਚੰਗਾ ਭਵਿੱਖ ਬਖਸ਼ਿਸ਼ ਕਰਨ, ਦੁਨਿਆਵੀ ਵਿਦਿਆ ਬਖਸ਼ਿਸ਼ ਕਰਨ। ਇਸ ਜਿਹੜਾ ਸਵਾਲ ਤੁਸੀਂ ਕੀਤਾ ਹੈ 15 ਅਗਸਤ ਵਾਲਾ, ਸੋ ਇਹ ਜਾਣਕਾਰੀ ਵਿੱਚ ਆਇਆ ਸੀ ਕਿਉਂਕਿ ਅਸੀਂ ਪਰਸੋਂ ਹੀ ਸ੍ਰੀਨਗਰ ਤੋਂ ਵਾਪਸ ਗਏ ਸੀ ਤੇ ਮੇਰੀ ਇੱਥੇ ਕੀਰਤਨ ਕਰਦਿਆਂ ਹੀ ਸਿਹਤ ਖਰਾਬ ਹੋ ਗਈ ਸੀ। ਸੋ ਕੱਲ ਮੈਨੂੰ ਫਿਰ ਵਾਪਸ ਇੱਥੇ ਆਉਣਾ ਪਿਆ। ਸੋ ਇਸ ਲਈ ਭਾਈ ਹਰਪਿੰਦਰ ਸਿੰਘ ਜੀ ਜਿਹੜੇ ਸਿੱਖ ਮਿਸ਼ਨ ਦੇ ਇੰਚਾਰਜ ਹਨ ਜੰਮੂ ਕਸ਼ਮੀਰ ਦੇ, ਉਹ ਵੀ ਮੇਰੇ ਨਾਲ ਬੈਠੇ ਹਨ। ਉਹ ਵੀ ਮੈਨੂੰ ਇਸ਼ਾਰਾ ਕਰ ਰਹੇ ਹਨ ਕਿ ਉਹਨਾਂ ਦੇ ਅੰਦਰ ਵੀ ਜਜ਼ਬਾਤ ਹਨ, ਉਹ ਵੀ ਇਸ ਟੌਪਿਕ ਤੇ ਜ਼ਰੂਰ ਆਪਣੇ ਵਿਚਾਰ ਰੱਖਣ ਔਰ ਜੋ ਵੀ ਅਗਲੀ ਰਣਨੀਤੀ ਕੋਈ ਹੋਵੇ ਨੌਜਵਾਨ ਵੀਰਾਂ ਨੂੰ ਜ਼ਰੂਰ ਜਾਂ ਪੰਥਕ ਆਗੂਆਂ ਨੂੰ ਮੈਂ ਬੇਨਤੀ ਕਰਾਂਗਾ ਵੱਧ ਚੜ ਕੇ ਇਸ ਦੇ ਜਾਂਚ ਕਰੋ ਕਿ ਇਹ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ। ਅਗਰ ਚੁੱਪ ਕਰਕੇ ਬਹਿ ਗਏ ਜੇ ਫਿਰ ਅੱਜ 20 ਬੱਚੇ ਜਾਂ 15 ਬੱਚਿਆਂ ਦੀ ਸ੍ਰੀ ਸਾਹਿਬ ਨੂੰ ਉਤਾਰੀ ਗਈ, ਫਿਰ ਕੱਲ ਨੂੰ ਸ਼ਰੇਆਮ ਭਾਵੇਂ ਇਹ ਸਿੱਖੀ ਸਾਡੀ ਪ੍ਰਫੁੱਲਤ ਹੈ, ਸਾਡਾ ਸੀਸ ਚਲਾ ਜਾਏਗਾ ਤੇ ਅਸੀਂ ਆਪਣਾ ਸਿੱਖੀ ਸਿੱਧੇ ਤੋਂ ਨਹੀਂ ਡੋਲਦੇ, ਪਰ ਉਹਨਾਂ ਦਾ ਜਿਹੜਾ ਉਹ ਮਨ ਜਿਹੜਾ ਖੁੱਲ ਜਾਏਗਾ। ਸੋ ਭਾਈ ਹਰਪਿੰਦਰ ਸਿੰਘ ਜੀ ਮੇਰੇ ਨਾਲ ਬੈਠੇ ਹਨ ਜੀ, ਬਹੁਤ ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਆਪ ਜੀ ਦਾ ਕਰਦਾ ਜੀ। ਤੇ ਭੈਣ ਰਵਨਦੀਪ ਕੌਰ ਜੀ, ਵੀਰ ਮੇਰੇ ਬੇਅੰਤ ਸਿੰਘ ਜੀ, ਇਕਬਾਨੀ ਚੈਨਲ ਦੀ ਸਾਰੀ ਟੀਮ ਦਾ ਕਿ ਜਿਹੜੇ ਨਿਰੰਤਰ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਤੇ ਗੁਰੂ ਸਾਹਿਬ ਕਿਰਪਾ ਕਰੋ ਜਿੱਥੇ ਤੁਸੀਂ ਸਾਡੀ ਵੀ ਸੇਵਾ ਜ਼ਰੂਰੀ ਸਮਝਦੇ ਹੋ ਅਸੀਂ ਹਮੇਸ਼ਾ ਤੁਹਾਡੇ ਲਈ ਤਤਪਰ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਿਸ਼ਾ ਜਿਹੜਾ ਸੀਗਾ ਬੜਾ ਗੰਭੀਰ ਹੈ, ਬੜਾ ਚਿੰਤਾਜਨਕ ਹੈ। ਮੈਨੂੰ ਇਸ ਬਾਰੇ ਨਹੀਂ ਸੀਗਾ ਪਤਾ। ਭਾਈ ਜਗਤਾਰ ਸਿੰਘ ਜੀ ਕੁਝ ਬਚਨ ਕਰ ਰਹੇ ਸੀਗੇ ਤੇ ਮੈਂ ਤਾਂ 2 ਮਿੰਟ ਲਈ ਬੇਨਤੀ ਕਰ ਰਿਹਾ ਕਿ ਜਿਹੜੇ ਭਾਈ ਸਾਹਿਬ ਜੀ ਨੇ ਬਚਨ ਕੀਤੇ ਆ ਨਾ ਵੀ 6 ਸਾਲ ਤੋਂ 12 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਸੰਭਾਲ, ਮੈਂ ਦੱਸਣਾ ਚਾਹੁੰਦਾ ਕਿ 1984 ਦੇ ਵਿੱਚ ਹਰ ਜਗ੍ਹਾ ਕੈਜੂਅਲਟੀ ਹੋਈ, ਨੁਕਸਾਨ ਹੋਇਆ ਸਿੱਖੀ ਦਾ, ਪਰ ਕੇਵਲ ਮਹਾਰਾਸ਼ਟਰ ਦੇ ਵਿੱਚ, ਹੈਦਰਾਬਾਦ ਦੇ ਵਿੱਚ ਜਾਂ ਉਹ ਦੱਖਣੀ ਸਿੱਖਾਂ ਦਾ ਨੁਕਸਾਨ ਇਸ ਕਰਕੇ ਨਹੀਂ ਹੋਇਆ ਕਿ ਜੰਮਦੇ ਬੱਚੇ ਕੋਲ ਗੁਰਮਤ ਵੀ ਆ ਤੇ ਸ੍ਰੀ ਸਾਹਿਬ ਵੀ ਆ। ਉਹ ਸ੍ਰੀ ਸਾਹਿਬ ਛਾਤੀ ਨਾਲ ਲਾ ਕੇ ਰੱਖਦੇ ਆ, ਉਹ ਸ੍ਰੀ ਸਾਹਿਬ ਤੋਂ ਬਿਨਾਂ ਰਹਿ ਨਹੀਂ ਸਕਦੇ। ਤੇ ਉਹਨਾਂ ਬੱਚਿਆਂ ਦਾ ਨਾਮ ਵੇਖੋ, ਅਸੀਂ ਤੇ ਬੱਚਿਆਂ ਦਾ ਨਾਮ ਹੀ ਗੁਰਬਾਣੀ ਦੇ ਅੱਖਰਾਂ ਤੋਂ ਰੱਖ ਹੀ ਨਹੀਂ ਰਹੇ। ਆ ਜਾਪ ਸਾਹਿਬ ਦੀ ਬਾਣੀ ਦੇ ਵਿੱਚ ਨਾਮ ਹੈ ਅਜੈ ਸਿੰਘ, ਅਬੈ ਸਿੰਘ, ਮਤਲਬ ਨਾਂ ਜਿੱਤਿਆ ਜਾਣ ਵਾਲਾ। ਐਵੇਂ ਥੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਦੇ ਨਾਮ, ਉਹਨਾਂ ਨਾਮ ਦੀ ਫਿਲਾਸਫੀ ਵੀ ਬੜੀ ਵੱਡੀ ਹੈ। ਤੇ ਉਹਨਾਂ ਦੇ ਬੱਚਿਆਂ ਦੇ ਨਾਮ ਟੱਕਰ ਸਿੰਘ, ਤਲਵਾਰ ਸਿੰਘ, ਖੜਕ ਸਿੰਘ। ਮੈਂ ਹੈਰਾਨ ਆ ਕਿ ਉਹ ਜੰਮਦੇ ਬੱਚੇ ਜਿਹੜੇ ਆ ਨਾ ਉਹ ਗੱਤਕੇ ਦੇ ਮਾਹਰ ਹੋ ਜਾਂਦੇ ਆ। ਇੱਕ ਵੀ 1984 ਦੇ ਵਿੱਚ, ਹਾਲਾਂਕਿ ਡੀਸੀ ਨੂੰ ਫੋਨ ਕੀਤਾ ਗਿਆ ਮਹਾਰਾਸ਼ਟਰ ਦੇ ਵਿੱਚ ਕਿ ਹਜੂਰ ਸਾਹਿਬ ਦੇ ਆਸੇ-ਪਾਸੇ ਸਿੱਖਾਂ ਦਾ ਨੁਕਸਾਨ ਕੀਤਾ ਜਾਵੇ, ਪਰ ਡੀਸੀ ਨੇ ਅੱਗੋਂ ਕਹਿ ਦਿੱਤਾ ਵੀ ਇਹ ਨੁਕਸਾਨ ਕੀ ਕਰਨਾ। ਮੈਂ ਸੱਚਾਈ ਦੱਸਦਾ
ਕਿ ਮੈਂ ਹੈਦਰਾਬਾਦ ਦੇ ਵਿੱਚ ਸੀਗਾ, ਨਿਸ਼ਾਨ ਸਾਹਿਬ ਦਾ ਕੇਵਲ ਉੱਪਰਲਾ ਚੋਲਾ ਜਿਹੜਾ ਸੀਗਾ ਨਾ ਉਹ ਥੋੜਾ ਜਿਹਾ ਸਾਨਿਆ ਗਿਆ, ਔਰ 400 ਨੌਜਵਾਨ ਅਰਦਾਸ ਕਰਕੇ ਉੱਥੇ ਗੁਰਦੁਆਰਾ ਸਿੰਘਾਂ ਦੀ ਛਾਉਣੀ ਤੇ ਗਲੀਆਂ ਦੇ ਵਿੱਚ ਜਾ ਕੇ ਨਾ ਸ੍ਰੀ ਸਾਹਿਬ ਕੋਲ ਸਨ, ਦੌੜਾ ਕੇ ਉਹ ਜਿਹੜੇ ਉਹਨਾਂ ਦੀ ਗਿਣਤੀ ਲੱਖਾਂ ਦੀ ਸੀਗੀ, ਪਰ ਇਹ 400 ਸਿੰਘ ਸਨ। ਕੇਵਲ ਜਜ਼ਬਾ ਕੀ ਹੁੰਦਾ ਹੈ ਕਿ ਜਦੋਂ ਸ਼ਸਤਰ ਕੇ ਅਧੀਨ ਹੈ ਰਾਜ, ਜਦੋਂ ਸਿੱਖ ਸ਼ਸਤਰ ਛੱਡ ਦਿੰਦਾ, ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਦਿੱਤੇ ਸਿਧਾਂਤ ਨੂੰ ਛੱਡ ਦਿੰਦੇ ਆ। ਮੇਰੇ ਸਾਹਮਣੇ ਦੀ ਗੱਲ ਹੈ, ਕੇਵਲ ਰਾਏਪੁਰ ਛੱਤੀਸਗੜ੍ਹ ਇੱਕ ਨੌਜਵਾਨ ਸਿੱਖ ਦੀ ਦਸਤਾਰ ਲੱਥੀ ਸੀਗੀ ਤੇ 2 ਘੰਟਿਆਂ ਦੇ ਵਿੱਚ SSB ਸਸਪੈਂਡ ਕਰਵਾ ਦਿੱਤਾ ਹੈ ਸਿੱਖਾਂ ਨੇ। 2 ਘੰਟੇ ਦੇ ਵਿੱਚ, ਸਾਡੀ ਗਿਣਤੀ ਨਹੀਂ ਉੱਥੇ, ਮੈਂ ਉੱਥੇ ਸੀਗਾ ਮੌਜੂਦ। ਔਰ ਤੁਸੀਂ ਹੈਰਾਨ ਹੋ ਜਾਓਗੇ, ਜਿੱਥੋਂ ਦਾ SHO ਹੀ ਜਿਹਨੇ ਮਤਲਬ ਇਹ ਬੇਅਦਬੀ ਕੀਤੀ, ਉਹਦਾ ਪਿੰਡ ਘੇਰ ਲਿਆ ਹੀ ਖਾਲਸਿਆਂ ਨੇ। ਤੇ ਅਸੀਂ ਫਿਰ ਭਾਈ ਜਗਤਾਰ ਸਿੰਘ ਜੀ ਦੀ ਗੱਲ ਹੈ ਵੀ ਜੇ ਅਸੀਂ ਰਲ ਕੇ ਚੱਲਦੇ ਨਹੀਂ, ਜੇ ਅਸੀਂ ਮੋਰਚਾ ਲਾਉਂਦੇ ਨਹੀਂ, ਤੇ ਫਿਰ ਜੇ ਅਸੀਂ ਅੱਜ ਬੈਕ ਫੁੱਟ ਤੇ ਆ ਤੇ ਫਿਰ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਕੀ ਕਰਨਗੇ। ਇਸ ਸੰਜੀਦਗੀ ਨਾਲ ਮੈਂ ਕਹਿ ਰਿਹਾ ਕਿ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਔਰ ਤੁਰੰਤ ਜਿਹੜੀ ਹੈ ਉਹ ਜਿਹੜੀ ਆ ਨਾ, ਮੈਂ ਕਹਿੰਦਾ ਭਾਰਤ ਸਰਕਾਰ ਨੂੰ ਇਹਦੇ ਵਿੱਚ ਇੰਟਰਫੇਅਰ ਕਰਨਾ ਚਾਹੀਦਾ। ਇੱਥੋਂ ਦੀ ਜਿਹੜੀ ਲੋਕਲ ਗਵਰਨਮੈਂਟ ਆ ਉਹਨੂੰ ਇੰਟਰਫੇਅਰ ਕਰਨਾ ਚਾਹੀਦਾ। ਜੇ ਅੱਜ ਸ੍ਰੀ ਸਾਹਿਬ ਇੰਗਲੈਂਡ, ਅਮਰੀਕਾ, ਹਰ ਯੂਰਪ ਕੰਟਰੀ ਦੇ ਵਿੱਚ ਉਹਦਾ ਮਾਨ ਸਨਮਾਨ ਹੈ, ਸਾਡੇ ਖਾਲਸਿਆਂ ਨੇ ਹਰ ਦੇਸ਼ ਵਿੱਚ ਕੇਸ ਜਿੱਤੇ ਨੇ, ਤੇ ਫਿਰ ਅਸੀਂ ਆਜ਼ਾਦ ਭਾਰਤ ਵਿੱਚ ਇਹ ਸ੍ਰੀ ਸਾਹਿਬ, ਮੇਰੇ ਨਾਲ ਇੰਸੀਡੈਂਟ ਹੋਇਆ, ਮੈਂ ਦੱਸ ਦਵਾਂ ਕਿ ਜਦੋਂ ਮੈਂ 에ਅਰਪੋਰਟ ਤੇ ਜਾਣਾ ਸੀਗਾ ਤੇ ਮੇਰੇ ਬੈਗ ਦੇ ਵਿੱਚ 4 ਸ੍ਰੀ ਸਾਹਿਬ ਸਨ ਵੱਡੀਆਂ, ਤੇ ਮੈਨੂੰ ਕਹਿੰਦੇ ਜੀ ਤੁਸੀਂ 4 ਸ੍ਰੀ ਸਾਹਿਬ, ਮੈਂ 4 ਨਹੀਂ, ਮੈਂ 20 ਵੀ ਖੜ ਸਕਦਾ, ਮੈਨੂੰ ਇਹ ਅਧਿਕਾਰ ਹੈ। ਔਰ ਤੁਸੀਂ ਹੈਰਾਨ ਹੋ ਜਾਓਗੇ, ਇੱਕ ਵਾਰੀ ਰੇਲ ਵਿੱਚ ਸਫ਼ਰ ਕਰ ਰਿਹਾ ਸੀਗਾ ਤੇ ਇੱਕ ਦੂਸਰੇ ਧਰਮ ਦਾ ਬੰਦਾ ਉਹ 3 ਫੁੱਟੀ ਸ੍ਰੀ ਸਾਹਿਬ ਜਿਹੜੀ ਹੈ ਨਾ ਉਹ ਲੈ ਕੇ ਜਾ ਰਿਹਾ ਸੀਗਾ, ਉਹਨੂੰ 2000 ਰੁਪਇਆ ਜੁਰਮਾਨਾ ਹੋਇਆ ਤੇ ਉਹ ਸ੍ਰੀ ਸਾਹਿਬ ਲੈ ਕੇ ਜਿਹੜਾ ਉੱਥੇ ਆਫੀਸਰ ਸੀਗਾ ਉਹਨੇ ਦਿੱਤੀ ਵੀ ਇਹ ਆਜ਼ਾਦੀ ਕੇਵਲ ਸਿੱਖ ਨੂੰ ਆ, ਤੇ ਜੇ ਆਜ਼ਾਦੀ ਸਿੱਖ ਨੂੰ ਆ ਤੇ ਸਿੱਖ ਸਮਝਦਾ ਕਿਉਂ ਨਹੀਂ? ਅਸੀਂ 9 ਇੰਚੀ 7 ਇੰਚੀ ਤੇ ਆ ਹੀ ਕਿਉਂ ਗਏ ਆ? ਸਾਨੂੰ ਜਿਹੜਾ ਨਾ ਵਿਸ਼ੇਸ਼ ਸਮਾਗਮਾਂ ਦੇ ਵਿੱਚ ਵੱਡੀ ਸ੍ਰੀ ਸਾਹਿਬ ਨਾਲ ਜਾਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਸ੍ਰੀ ਸਾਹਿਬ ਪ੍ਰਤੀ ਜਿਹੜਾ ਨਾ ਉਹ ਬਚਪਨ ਤੋਂ ਸੁਚੇਤ ਕਰਨਾ ਚਾਹੀਦਾ ਹੈ ਕਿ ਇਹ ਸ੍ਰੀ ਸਾਹਿਬ ਜਿਹੜਾ ਨਾ ਸਭ ਤੋਂ ਵੱਡਾ ਸਾਥੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਵੱਡਾ ਸਾਥ ਜਿਹੜਾ ਸ੍ਰੀ ਭਗਵਤੀ ਜੀ ਸਹਾਏ, ਇਹ ਉਪਮਾ ਕਰਕੇ ਜਿਹੜਾ ਉੱਥੇ ਪਰਮਾਤਮਾ ਦਾ ਵੀ ਲਿਖਾਇਕਾ, ਅਕਾਲ ਪੁਰਖ ਦਾ ਵੀ, ਭਗਵਤੀ ਤੋਂ ਭਾਵ ਇਹ ਜਿਹੜਾ ਸ੍ਰੀ ਸਾਹਿਬ ਵੀ ਹੈ। ਸੋ ਇਹ ਮੇਰੀ ਬੇਨਤੀ ਹੈ ਕਿ ਇਹਦੇ ਤੇ ਤੁਰੰਤ ਐਕਸ਼ਨ ਜਿਹੜਾ ਹੈ ਸਿੱਖ ਜਥੇਬੰਦੀਆਂ ਨੂੰ ਲੈਣਾ ਚਾਹੀਦਾ ਹੈ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਾਣਕਾਰੀ ਦੇ ਵਿੱਚ ਵੀ ਅਸੀਂ ਲੈ ਕੇ ਆਵਾਂਗੇ। ਬਿਲਕੁਲ ਜ਼ਰੂਰ, ਕਿਉਂਕਿ SGPC ਹੈ ਜਿਹੜੀ ਇੱਕ ਸਿਰਮੌਰ ਸੰਸਥਾ ਹੈ ਔਰ ਐਡਮਿਨਿਸਟ੍ਰੇਸ਼ਨ ਤੱਕ ਉਹ ਅਪੀਲ ਵੀ ਉਹਨਾਂ ਦੀ ਜਿਹੜੀ ਜ਼ਰੂਰ ਜਾਣੀ ਚਾਹੀਦੀ ਹੈ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਔਰ ਅਸੀਂ ਚਾਹਾਂਗੇ ਕਿ SGPC ਦੇ ਵੱਲੋਂ ਇਹਦੇ ਉੱਤੇ ਜਲਦ ਕੋਈ ਨਾ ਕੋਈ ਸੰਗਿਆਨ ਜ਼ਰੂਰ ਲਿਆ ਜਾਵੇ, ਚਾਹੇ ਉਹ ਇੱਕ ਪ੍ਰੈਸ ਕਾਨਫਰੰਸ ਦੇ ਰਾਹੀਂ ਤੇ ਜਾਂ ਫਿਰ ਇਹਦੇ ਉੱਤੇ ਵਿਚਾਰ ਵਟਾਂਦਰੇ ਕਰਕੇ ਕੁਝ ਰਿਜ਼ਲਟ ਇਹਦਾ, ਕਿਉਂਕਿ ਇਹ ਗੱਲ ਅਗਰ ਦੇਖੀ ਜਾਵੇ ਹਜੇ ਤੱਕ ਇਹਦੇ ਉੱਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਤਾਂ ਕਰਕੇ ਲੱਗਦਾ ਹੈ ਕਿ ਜਿਹੜਾ ਇਹ ਵਿਸ਼ਾ ਬਹੁਤ ਜ਼ਿਆਦਾ ਚਿੰਤਾਜਨਕ ਹੈ ਸਾਡੇ ਲਈ। ਸਾਡੀ ਭੈਣ ਜੀ ਆਪ ਜੀ ਦਾ ਧੰਨਵਾਦ ਕਿ ਤੁਸੀਂ ਇਹ ਵਿਸ਼ਾ ਲਾਈਵ ਵਿਖਾਇਆ, ਕਿਉਂਕਿ ਅਸੀਂ ਆਪ ਤਾਂ ਬੈਠ ਕੇ ਚਰਚਾ ਕਰਨੀ ਸੀ। ਅਸੀਂ ਆਪਣੇ ਵੱਲੋਂ ਅੱਜ, ਕਿਉਂਕਿ ਸਾਡੇ ਕੋਲ ਸ਼੍ਰੋਮਣੀ ਕਮੇਟੀ ਦੇ ਪਤਵੰਤੇ ਵੀ ਆਏ ਹਨ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਦੀ ਜਾਣਕਾਰੀ ਵਿੱਚ ਇਹਨਾਂ ਨੂੰ ਲਿਖਤੀ ਅਸੀਂ ਆਪਣੇ ਵੱਲੋਂ ਚਿੱਠੀ ਦਿਆਂਗੇ, ਤਾਂ ਕਿ ਜ਼ਰੂਰ ਉਹ ਅਗਲੇ ਕੁਝ ਦਿਨਾਂ ਦੇ ਅੰਦਰ, ਭਾਵੇਂ 2-4 ਦਿਨਾਂ ਦੇ ਅੰਦਰ ਇਸ ਤੇ ਵਿਚਾਰ ਕਰਕੇ ਜ਼ਰੂਰ ਆਪਣਾ ਵੀ ਇਸ ਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਦੱਸਣ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਵੀ, ਉਸ ਤੋਂ ਬਾਅਦ ਦਿੱਲੀ ਕਮੇਟੀ ਨੂੰ ਵੀ ਅਸੀਂ ਜ਼ਰੂਰ ਆਪਣੇ ਵੱਲੋਂ ਜਿਹੜੀ, ਜਿੱਥੇ ਤੱਕ ਮੈਂ ਕੀਰਤਨੀਆਂ ਮੇਰੀ ਸਾਰਿਆਂ ਦੇ ਨਾਲ ਸਾਂਝ ਹੈ, ਮੈਂ ਪਹਿਲੇ ਦੱਸਿਆ ਕਿ ਮੇਰੀ ਕੋਈ ਪਾਰਟੀ ਨਹੀਂ, ਧੜਾ ਨਹੀਂ, ਪਰ ਇੱਕ ਆਪਣੇ ਤੌਰ ਤੇ ਜ਼ਰੂਰ ਅਸੀਂ ਆਪਣਾ ਫਰਜ਼ ਨਿਭਾਵਾਂਗੇ। ਉੱਥੇ ਸਟੇਟ ਗੁਰਦੁਆਰਾ ਪ੍ਰਬੰਧਕ ਬੋਰਡ ਨੂੰ ਸਰਦਾਰ ਤਰਲੋਚਨ ਸਿੰਘ ਜੀ ਵਜ਼ੀਰ ਜਿਹੜੇ ਚੇਅਰਮੈਨ ਹਨ, ਹਮੇਸ਼ਾ ਹਰ ਮੁੱਦੇ ਤੇ ਖੜੇ ਹੁੰਦੇ ਹਨ, ਉਹਨਾਂ ਨੂੰ ਵੀ ਜ਼ਰੂਰ ਮੈਂ ਆਪਣੇ ਵੱਲੋਂ ਅਪੀਲ ਕਰਾਂਗਾ, ਕਿਉਂਕਿ ਉਹ ਵੈਸੇ ਹੀ ਉਹਨਾਂ ਦੇ ਅੰਦਰ ਇੱਕ ਜੁਝਾਰੂ ਇੱਕ ਉਹਨਾਂ ਦਾ ਸੁਭਾਅ ਹੈ। ਸੋ ਉਹਨਾਂ ਲਈ ਵੀ ਅਸੀਂ ਜ਼ਰੂਰ ਇੱਕ ਕਾਪੀ ਉਹਨਾਂ ਨੂੰ ਭੇਜਾਂਗੇ, ਉਹ ਡਿਸਟ੍ਰਿਕਟ ਕਮੇਟੀ ਨੂੰ ਵੀ ਭੇਜਾਂਗੇ, ਤਾਂ ਕਿ ਸਾਰੀਆਂ ਜਥੇਬੰਦੀਆਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜ਼ਰੂਰ ਇਸ ਤੇ ਕੋਈ ਨਾ ਕੋਈ ਬਿਆਨ, ਪ੍ਰੈਸ ਕਾਨਫਰੰਸ ਆਵੇ, ਤਾਂ ਕਿ ਅੱਜ ਤੋਂ ਬਾਅਦ ਕੋਈ ਐਸੀ ਕੋਈ ਹਰਕਤ ਨਾ ਕਰ ਸਕੇ, ਤਾਂ ਕਿ ਜਿੱਥੇ ਸਾਡੇ ਸੈਂਟੀਮੈਂਟ ਜਿਹੜੇ ਹੋਣ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਇੰਟਰਵਿਊ ਬਹੁਤ ਲੰਬਾ ਹੋ ਗਿਆ ਜੀ,
ਸੰਗਤਾਂ ਜੀ ਵੇਖ ਰਹੀਆਂ ਹੋਣਗੀਆਂ ਤੇ ਜੀ ਸੋ ਕਿਉਂਕਿ ਅੱਜ ਦਾ ਇੰਟਰਵਿਊ ਇਸ ਤਰੀਕੇ ਦਾ ਸੀ ਕਿ ਸਾਰਿਆਂ ਦੀ ਗੱਲ ਵੀ ਦੱਸਣੀ। ਸੋ ਮੈਂ ਬਹੁਤ ਬਿਲਕੁਲ ਘੱਟ ਅੱਜ ਪਹਿਲੀ ਵਾਰ ਜਦੋਂ ਦਾ ਇੱਕ ਵਾਰੀ ਚੈਨਲ ਬਣਿਆ ਹੈ, ਸੋ ਮੈਂ ਜੀ ਪਹਿਲੀ ਵਾਰ ਬਿਲਕੁਲ ਇੱਕ ਵਾਰੀ ਚੈਨਲ ਤੇ ਲਾਈਵ ਆਇਆ। ਮੈਨੂੰ ਬਹੁਤ ਵਾਰੀ ਕਿਹਾ ਗਿਆ, ਪਰ ਮੈਂ ਭੈਣ ਜੀ ਨੂੰ ਜੀ ਕਹਿੰਦਾ ਸੀ ਕਿ ਲਾਈਵ ਕੀਰਤਨ ਦੀ ਕਵਰੇਜ ਕਰਦੇ ਹੋ, ਮੈਂ ਉੱਥੇ ਸਭ ਕੁਝ ਬੋਲ ਲੈਂਦਾ। ਮੈਂ ਕਦੀ ਲਾਈਵ ਜੀ ਨਹੀਂ ਆਉਂਦਾ ਤਾਂ ਕਿ ਜੀ ਕੋਸ਼ਿਸ਼ ਵੀ ਕਰਦਾ ਕਿ ਬਿਲकुल ਮੈਂ ਲਾਈਵ ਨਾ ਹੀ ਆਵਾਂ। ਬਿਲਕੁਲ। ਔਰ ਸੋ ਮੈਂ ਇੱਥੇ ਇੱਕ ਇਸ ਗੱਲ ਲਈ ਜ਼ਰੂਰ ਕਹਿ ਦੇਵਾਂ ਕਿ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਕੋਈ ਪ੍ਰਚਾਰਕ ਨਹੀਂ ਹੋ, ਤੁਸੀਂ ਕੀਰਤਨੀ ਹੋ, ਲੇਕਿਨ ਹਰ ਇੱਕ ਨੂੰ ਆਪਣੀ, ਹਰ ਇੱਕ ਸਿੱਖ ਨੂੰ ਆਪਣੀ ਭਾਵਨਾਵਾਂ, ਆਪਣੀ ਗੱਲ ਰੱਖਣ ਦਾ ਫਰਜ਼ ਹੱਕ ਹੈ, ਚਾਹੇ ਉਹ ਕੀਰਤਨੀ ਹੈ, ਚਾਹੇ ਉਹ ਪ੍ਰਚਾਰਕ ਹੈ, ਪ੍ਰਚਾਰਕ ਨੇ ਜਾਂ ਕਿਸੇ ਵੀ ਮਤਲਬ ਕਿ ਕਿਸੇ ਦੇ ਧੜੇਬਾਜ਼ੀ ਦੇ ਨਾਲ ਸੰਬੰਧ ਨਹੀਂ ਰੱਖਦੇ ਨੇ। ਲੇਕਿਨ ਗੱਲ ਇਹ ਹੈ ਕਿ ਹਰ ਇੱਕ ਸਿੱਖ ਦੇ ਵਿੱਚ ਇਉਂ ਕੌਮ ਦਾ ਦਰਦ ਹੋਣਾ ਤੇ ਜ਼ਰੂਰੀ ਹੈ ਨਾ, ਕਿ ਮਤਲਬ ਅਗਰ ਜੀ ਜੀ ਅਸੀਂ ਕੌਮ ਦੇ ਪ੍ਰਤੀ ਆਪਣਾ ਦਰਦ ਰੱਖਦੇ ਹਾਂ ਤਾਂ ਆਪਣੇ ਵਿਚਾਰ ਅਸੀਂ ਜ਼ਰੂਰ ਸਾਂਝੇ ਕਰਦੇ ਹਾਂ। ਤੇ ਅਸੀਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਉਹ ਹਰ ਇੱਕ ਇਨਸਾਨ ਆ ਕੇ ਆਪਣੇ ਵਿਚਾਰ ਸਾਂਝੇ ਕਰੇ ਜਿਸ ਨੂੰ ਕੌਮ ਦਾ ਦਰਦ ਹੈ। ਕਿਉਂਕਿ ਬਿਲਕੁਲ ਜੀ ਬਿਲਕੁਲ ਬਹੁਤ ਚਾਹੇ ਉਹ ਕੀਰਤਨੀਆ ਹੋਏ, ਚਾਹੇ ਉਹ ਪ੍ਰਚਾਰਕ ਹੋਏ, ਲੇਕਿਨ ਇੱਕ ਸਿੱਖ ਵੀ ਤੇ ਹੈ ਨਾ, ਉਹਦੇ ਵਿੱਚ ਵੀ ਨਹੀਂ ਆਪਣੇ ਜੀ, ਸਿੱਖ ਕੀਰਤਨੀਏ ਦਾ ਧਰਮ ਤੇ ਨੂੰ ਬਹੁਤ ਲੈ ਜ਼ਿਆਦਾ ਕੇ। ਫਰਜ਼, ਕੀਰਤਨੀਏ ਦਾ ਬਹੁਤ ਜ਼ਿਆਦਾ ਫਰਜ਼ ਹੈ। ਮੈਂ ਲਾਈਵ ਕਹਿਣਾ ਚਾਹੁੰਦਾ ਕਿ ਸਾਡਾ ਪਰਿਵਾਰ ਹੀ ਸੰਗਤ ਦੇ ਜਿੱਤੇ ਦਸਵੰਧ ਉੱਪਰ ਚੱਲਦਾ ਹੈ। ਮੈਨੂੰ ਇਸ ਜੀ ਵਿੱਚ ਮਾਣ ਹੈ ਕਿ ਮੈਨੂੰ ਗੁਰੂ ਨਾਨਕ ਸਾਹਿਬ ਨੇ ਜੀ ਇਸ ਮਨੁੱਖੇ ਜਨਮ ਵਿੱਚ ਕੀਰਤਨ ਦੀ ਦਾਤ ਦਿੱਤੀ ਹੈ, ਜਿਸ ਨਾਲ ਮੇਰੇ ਪਰਿਵਾਰ ਦਾ ਵੀ ਨਿਰਵਾਹ ਹੁੰਦਾ ਹੈ ਤੇ ਨਾਲ ਹੂੰ ਅਸੀਂ ਸਾਹਿਬ ਦੀ ਇਬਾਦਤ ਵੀ ਕਰ ਲੈਂਦੇ ਹਾਂ। ਸਾਡਾ ਫਰਜ਼ ਤਾਂ ਮੈਂ ਸਮਝਦਾ ਕਿ ਆਮ ਸਿੱਖ ਕੋਲ ਜ਼ਿਆਦਾ ਹੈ, ਪਰ ਮੇਰੀ ਕੋਸ਼ਿਸ਼ ਜੀ ਰਹਿੰਦੀ ਹੈ ਕਿ ਹਮੇਸ਼ਾ ਸੋਸ਼ਲ ਮੀਡੀਆ ਧਿਆਨ ਨਾਲ, ਕਿਉਂਕਿ ਬਹੁਤ ਸਾਰੇ ਐਸੇ ਹੁੰਦੇ ਹਨ ਕਿ ਕੰਟਰੋਵਰਸੀਜ਼ ਹੋ ਜਾਂਦੀਆਂ ਹਨ। ਕੀਰਤਨੀਆ ਜਿਹੜਾ ਹੈ ਉਹ ਹਰ ਇੱਕ ਦੇ ਘਰ ਵਿੱਚ ਉਸਨੂੰ ਜਾਣਾ ਹੁੰਦਾ ਹੈ। ਸੋ ਮੇਰੀ ਕੋਸ਼ਿਸ਼ ਜੀ ਰਹਿੰਦੀ ਹੈ ਕਿ ਬੈਕਅਪ ਕਰਕੇ ਹੀ ਕੰਮ ਕੀਤੇ ਜਾਣ। ਸੋ ਲੇਕਿਨ ਇਹ ਚੈਨਲ ਜਿਹੜਾ ਹੈ, ਕਿਉਂਕਿ ਤੁਹਾਡਾ ਉਪਰਾਲਾ ਮੈਂ ਪਿਛਲੇ ਦਿਨਾਂ ਤੋਂ ਲੰਬੇ ਸਮੇਂ ਤੋਂ ਵੇਖ ਰਹੇ ਹਾਂ, ਸੋ ਅੱਜ ਇਹ ਮਨ ਕੀਤਾ ਕਿ ਇਹਨਾਂ ਬੱਚੀਆਂ ਕਰਕੇ ਜ਼ਰੂਰ ਅੱਗੇ ਆਉਣਾ ਹੈ ਤਾਂ ਕਿ ਜੀ ਹੋਰਨਾਂ ਨੂੰ ਪ੍ਰੇਰਨਾ ਮਿਲੇ, ਤਾਂ ਕਿ ਤੁਹਾਡਾ ਬਿਲਕੁਲ ਲਾਈਵ ਇਹ ਦੇਖ ਕੇ ਸ਼੍ਰੋਮਣੀ ਕਮੇਟੀ ਦਾ, ਸਿੰਘ ਸਾਹਿਬ ਦਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਮਨੋਬਲ ਵਧੇ, ਤਾਂ ਕਿ ਇਹ ਬਿਲਕੁਲ ਤਾਂ ਇੱਕ ਉਹਨਾਂ ਨੇ ਇਸ ਵਾਰ ਕੀਤਾ ਹੈ, ਇਸ ਤੋਂ ਅਗਲੇ ਸਾਲ ਵੀ ਉਹ ਵੱਧ ਤੋਂ ਵੱਧ ਸਾਨੂੰ ਕੋਟੇ ਐਜੂਕੇਸ਼ਨ ਦੇ ਬਿਲਕੁਲ ਦੇ ਕੇ ਸਾਡੀਆਂ ਜਿਹੜੀਆਂ ਨੌਜਵਾਨ ਪੀੜ੍ਹੀ ਨੂੰ ਜਿਹੜੀ ਉਹ ਫਾਇਦਾ ਮਿਲ ਸਕੇ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਜੀ ਬਹੁਤ 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 ਧੰਨਵਾਦ ਆਪ ਜੀ ਦਾ ਸਾਰੇ ਸਾਨੂੰ ਵਿਚਾਰ ਸਾਂਝੇ ਕਰਨ ਦੇ ਲਈ ਔਰ ਲਾਈਵ ਕਾਉਂਸਲਿੰਗ ਦੀ ਪ੍ਰਕਿਰਿਆ ਵੀ ਵਿਖਾਉਣ ਦੇ ਲਈ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।